ਹੈਲੋ ਸਟੂਡੈਂਟਸ, ਅਸੀਂ ਚੈਪਟਰ ਸ਼ੁਰੂ ਕੀਤਾ ਰੋਟੇਸ਼ਨਲ ਮੋਸ਼ਨ, ਜਿਹਦਾ ਪਾਰਟ ਅਸੀਂ 3 ਡਿਸਕਸ ਕਰਨ ਲੱਗੇ ਹਾਂ। ਕਿਹੜੀ ਟਰਮਸ ਆਪਾਂ ਡਿਸਕਸ ਕਰ ਚੁੱਕੇ ਹਾਂ ਮੇਨਲੀ ਉਹ ਯਾਦ ਕਰ ਲਓ। ਕਿਸੇ ਟਾਰਕ ਦੀ ਗੱਲ ਕੀਤੀ, ਇਹਨੂੰ ਟਾਰ ਨਾਲ ਡਿਨੋਟ ਕੀਤਾ ਸੀ। ਫਿਰ ਅਸੀਂ ਗੱਲ ਕੀਤੀ ਸੀ ਲੀਨੀਅਰ ਐਂਗੂਲਰ ਮੋਮੈਂਟਮ ਦੀ। ਇਹਨੂੰ ਡਿਸਕਸ ਕੀਤਾ ਸੀ, ਡਿਨੋਟ ਕੀਤਾ ਸੀ ਐਲ ਦੇ ਨਾਲ। ਫਿਰ ਅਸੀਂ ਗੱਲ ਕੀਤੀ ਸੀ ਮੂਵਮੈਂਟ ਆਫ ਇਨਰਸ਼ੀਆ। ਇਹਨੂੰ ਆਈ ਨਾਲ ਡਿਨੋਟ ਕੀਤਾ ਸੀ। ਉਸ ਸਮੇਂ ਡਿਸਕਸ਼ਨ 'ਚ ਅਸੀਂ ਇਹ ਕਿਹਾ ਸੀ, ਇਹ ਕੇਸ ਹੋ ਰਿਹਾ ਰੋਟੇਸ਼ਨਲ ਮੋਸ਼ਨ ਦਾ, ਵੈਨ ਬੋਡੀ ਇਜ਼ ਰੋਟੇਟਿੰਗ ਅਬਾਊਟ ਐਨੀ ਐਕਸਿਸ। ਐਸ ਕਿਸ ਕਿਹੜੀ ਬੋਡੀਜ਼ ਆਪਾਂ ਲੈ ਰਹੇ ਹਾਂ? ਰਿਜਿਡ ਬੋਡੀਜ਼। ਦੋਸ ਬੋਡੀਜ਼ ਵੀ ਡੂ ਨਾਟ ਚੇਂਜ ਦੈਰ ਸ਼ੇਪ ਅੰਡਰ ਐਨੀ ਫੋਰਸ। ਉਹਦੇ ਜਿਹੜੇ 2 ਪੁਆਇੰਟਸ ਹੋਣਗੇ ਇਹਨਾਂ ਵਿੱਚ ਡਿਸਟੈਂਸ ਚੇਂਜ ਨਹੀਂ ਹੁੰਦਾ, ਅਸੀਂ ਉਹਨੂੰ ਦਬਾ ਕੇ ਉਹਦੀ ਸ਼ੇਪ ਚੇਂਜ ਨਹੀਂ ਕਰ ਸਕਦੇ। ਸੋ ਟਾਰਕ ਇਹ ਰੋਟੇਸ਼ਨਲ ਮੋਸ਼ਨ, ਇਹਦੇ ਜੋ ਪੈਰਲ ਅਸੀਂ ਪੜ੍ਹ ਚੁੱਕੇ ਪਹਿਲਾਂ ਕਿਹੜੀ ਆ? ਲੀਨੀਅਰ ਮੋਸ਼ਨ। ਅਤੇ ਇਹਦੇ ਕੌਣ ਸੀ ਆ ਰਹੀ? ਕੀ ਦੇਖਿਆ ਸੀ? ਇਟ ਓਬੇਜ਼ ਦ ਸੇਮ ਰੋਲ ਐਸ ਇਜ਼ ਓਬੇਡ ਬਾਏ ਫੋਰਸ। ਜੋ ਫੋਰਸ ਓਬੇ ਕਰਦੀ ਹੈ ਲੀਨੀਅਰ ਮੋਸ਼ਨ 'ਚ, ਸੇਮ ਰੋਲ ਓਬੇ ਕਰ ਰਿਹਾ ਟਾਰਕ ਇਨ ਰੋਟੇਸ਼ਨਲ ਮੋਸ਼ਨ। ਇਟ ਮੀਨਸ ਕਿਸੇ ਬੋਡੀ ਨੂੰ ਰੋਟੇਟ ਕਰਨਾ, ਰੋਟੇਟ ਹੋ ਰਹੀ ਬੋਡੀ ਨੂੰ ਸਪੀਡ ਨੂੰ ਵਧਾਉਣਾ, ਘਟਾਉਣਾ ਜਾਂ ਰੋਕਣਾ, ਇਹ ਸਾਰੇ ਵਾਸਤੇ ਕੀ ਆ? ਵੀ ਰਿਕੁਆਇਰ ਟਾਰਕ। ਇਨ ਦ ਐਬਸੈਂਸ ਆਫ ਟਾਰਕ ਦ ਸਟੇਟ ਆਫ ਰੋਟੇਸ਼ਨਲ ਮੋਸ਼ਨ ਵੁੱਡ ਰਿਮੇਨ ਅਨਚੇਂਜ। ਆਹ ਗੱਲ ਹੋ ਗਈ ਸਾਡੇ ਕੋਲ। ਇਹ ਕੀ ਸਾਡੇ ਕੋਲ? ਐਂਗੂਲਰ ਮੋਮੈਂਟਮ। ਇਹ ਕਿਹਦੇ ਆ ਰਹੀ ਸੀ ਪੈਰਲ? ਇਟ ਬਿਕਮਸ ਲੀਨੀਅਰ ਮੋਮੈਂਟਮ ਦੇ। ਜੋ ਰੋਲ ਲੀਨੀਅਰ ਮੋਮੈਂਟਮ ਪਲੇ ਕਰ ਰਹੀ ਆ ਲੀਨੀਅਰ ਮੋਸ਼ਨ, ਜਿਹਨੂੰ ਅਸੀਂ ਪੀ ਨਾਲ ਡਿਨੋਟ ਕਰਦੇ ਹਾਂ, ਇਹਨੂੰ ਅਸੀਂ ਐਫ ਨਾਲ ਕਰ ਦਿੰਦੇ ਹਾਂ। ਸੇਮ ਰੋਲ ਇਜ਼ ਮੇਡ ਬਾਏ ਐਂਗੂਲਰ ਮੋਮੈਂਟਮ ਇਨ ਦਿਸ ਰੋਟੇਸ਼ਨਲ ਮੋਸ਼ਨ। ਅਤੇ ਆਹ ਮੂਵਮੈਂਟ ਆਫ ਇਨਰਸ਼ੀਆ, ਇਟ ਪਲੇਸ ਦ ਸੇਮ ਰੋਲ ਐਜ਼ ਇਜ਼ ਪਲੇਡ ਬਾਏ ਮਾਸ। ਸੋ ਆਹ ਗੱਲਾਂ ਅਸੀਂ ਡਿਸਕਸ ਕਰ ਚੁੱਕੇ ਹਾਂ। ਇਹਦੇ ਫਾਰਮੂਲੇ ਅਸੀਂ ਦੇਖ ਲਏ, ਇਹਦੇ ਦੇਖ ਲਏ, ਇਹਦੇ ਦੇਖ ਲਏ। ਇਹਦਾ ਕਿਸ ਤਰ੍ਹਾਂ ਆਇਆ ਸੀ? ਆਰ ਕ੍ਰੋਸ ਐਫ, ਇਟ ਇਜ਼ ਕਾਲਡ ਮੂਵਮੈਂਟ ਆਫ ਫੋਰਸ ਸਾਡੇ ਕੋਲ ਆ ਰਿਹਾ ਸੀ। ਇੱਧਰ ਕੀ ਆ ਰਿਹਾ ਸੀ? ਐਲ ਆਰ ਕ੍ਰੋਸ ਪੀ। ਇਹ ਅਸੀਂ ਦੇਖਿਆ ਸੀ ਇਹਦਾ ਕੀ ਸੀ? ਵੈਨ a body is having n particles each of mass m1 and are located at places r1 r2 and so on, है ना, कितने एक्सिस पे। so m1 r1 square, m2 r2 square and so on. say there are mn particles, m1 rn square। ਫਿਰ ਇਹਨੂੰ ਹੋਰ ਫਾਈਂਡ ਕਰਨ ਦੀ ਜਿਹੜੀ ਬੋਡੀ ਸੀ, ਥਿਊਰਮ ਆਫ ਪੈਰਲਲ ਐਕਸਿਸ, ਥਿਊਰਮ ਆਫ ਪਰਪੈਂਡੀਕੂਲਰ ਐਕਸਿਸ, ਆਹ ਹੀ ਕਰ ਚੁੱਕੇ ਸਾਰਾ ਕੁਛ। ਸੋ ਆਹ ਗੱਲਾਂ ਸਾਨੂੰ ਪਤਾ ਨਹੀਂ। ਹੁਣ ਥੋੜ੍ਹਾ ਜਿਹਾ ਆਪਾਂ ਇਹਨਾਂ 'ਚ ਆਪਸ ਰਿਲੇਸ਼ਨ ਦੇਖਣੇ ਕਿਹੜੇ ਕਿਹੜੇ ਬਣ ਰਹੇ ਸਾਡੇ ਕੋਲ, ਸੋ ਆਪਾਂ ਡਿਸਕਸ ਕਰੀਏ। ਆਹ ਹਲਕੀ ਜਿਹੀ ਰਿਵੀਜ਼ਨ ਅਸੀਂ ਕਰ ਲਈਏ। ਪਹਿਲਾਂ ਦੇਖੀਏ ਅਸੀਂ ਐਕਸਪ੍ਰੈਸ਼ਨ ਆਫ ਟਾਰਕ ਮੀਨਸ ਟਾਊਨ ਅੰਡਰ ਨੋਟ ਕਰਦੇ ਅਸੀਂ ਇਨ ਟਰਮਸ ਆਫ ਐਂਗੂਲਰ ਐਕਸਲਰੇਸ਼ਨ। ਐਂਗੂਲਰ ਐਕਸਲਰੇਸ਼ਨ ਕਿਹਦੇ ਨਾਲ ਨੋਟ ਕੀਤਾ ਸੀ? ਐਲਫਾ ਨਾਲ। ਇਹਨਾਂ ਦੋਵਾਂ 'ਚ ਕੀ ਰਿਲੇਸ਼ਨ ਹੋ ਸਕਦਾ? ਇਹ ਆਪਾਂ ਟਰਾਈ ਕਰਕੇ ਦੇਖੀਏ ਪਹਿਲਾਂ। ਸੋ ਦੇਖੀਏ ਸੋਲਵ ਕਰਕੇ। ਵੀ ਨੋ what is tau? Tau is equal to r cross f। तो क्या आया सी? r f sin थीटा। r f sin थीटा साढ़े को आ रहा। सो इन अगर सर्कुलर मोशन हो रही साढ़े कोल, इन दैट केस की असीं देखते हैं एंगल कितना आया साढ़े कोल? 90 डिग्री। सो सपोज दिस एंगल बिटवीन दिस r, आपसी डायग्राम नहीं बनानी, वैसे ਤੁਹਾਨੂੰ याद कराने वास्ते ਸਾਡੇ ਕੋਲ ਇਸ ਤਰ੍ਹਾਂ ਲੱਗਦੀ, ਇੱਥੇ ਕੋਈ ਐਕਸਿਸ ਸਾਡੇ ਕੋਲ ਹੈ, ਇਹ ਆਰ ਹੈ, ਇੱਧਰ ਕਿਤੇ ਐਫ ਲੱਗ ਰਿਹਾ ਸੀ ਸਾਡੇ ਕੋਲ ਨਾ। ਸੋ ਦਿਸ ਐਂਗਲ ਥੀਟਾ ਸੀ। ਅਗਰ ਇਹ ਐਂਗਲ ਜਿਹੜਾ ਐਫ ਆ, ਜਿਹੜਾ ਐਂਗਲ ਥੀਟਾ, ਇਟ ਬਿਕਮਸ 90 ਡਿਗਰੀ। ਇਸ ਤਾਂ ਸਾਡੇ ਕੋਲ ਆ ਚੁੱਕੇ। ਐਸ ਸਾਈਡ ਤੇ ਆ ਰਹੇ ਇਸ ਤਰ੍ਹਾਂ ਫੋਰਸ, ਦੇ ਮੇਕ ਐਂਗਲ 90 डिग्री विद ईच अदर। इन सच केस साइन थीटा कितना आ जाएगा?
सो आ डायग्राम नहीं बनानी असी। साइन थीटा मीन्स साइन 90 डिग्री, it becomes 1. So we get tau is equal to RF into 1 means tau is equal to RF आ जाएगा। जो सर्कुलर मोशन हो रही साडे कोल ते की देखिया असी एंगल इज 90 डिग्री। हुण देखिए असी पहुंचना कित्थे आ, इस जगह ते एंगुलर एक्सलरेशन ते। सो पहला असी देखिए एक्सलरेशन लिखिए, वी नो एफ की हुंदा साडे कोल, करो याद, न्यूटन सैकेंड ला तो क्या सी एफ इज इक्वल टू एम ए। सो देयर फॉर टाउ की बन गया साडे कोल आर एम ए, इत्थे आ चुके हैं। टाउ इज इक्वल टू आर एम ए आ चुका। हाले भी नहीं पहुंचे नहीं असी कित्थे पहुंचना, एंगुलर एक्सलरेशन ते। की रिलेशन दा ए दा ते याद करो, आल्सो A इज इक्वल टू आर एल्फा, याद आया। लीनियर मोशन च इधर सर्कुलर मोशन या असीं रोटेशन मोशन कर रहे हैं ना, की रिलेशन चलदा पिया सी आर आर नाल आ रहा सी। तो A इज इक्वल टू आर एल्फा, तो ये वैल्यू इत्थे फिल कर दिए तो की आ जाएगा साडे कोल टाओ इज इक्वल टू आर एम आर एल्फा। आर एम पहले सी, ए की जगह की आ गया आर एल्फा। सो व्हाट डू वी गेट, आर सॉरी पहले एम लिख ली, एम आर दो आर स्केयर एल्फा, इस तरह लिख लिया। सो वी गेट दिस एक्सप्रेशन ऑफ की देखना सी टॉर्क इन टर्म्स ऑफ एंगुलर एक्सलरेशन, वो असी पहुंच चुके हैं। स्टेप्स नोट कर लो, देख लो। आ फार्मूला आर एफ साइन थीटा, अगर थीटा 90 डिग्री होए तो साइन थीटा कितना है, साइन 90 इज इक्वल टू 1। आर एफ आ चुका। एफ की सुना मा एफ की है फोर्स, फोर्स की मास इंटू एक्सलरेशन, तो वैल्यू इतने फिल कर दी। टाउ कितना आ गया आर एम ए। असी कितने पहुंचना एंगुलर एक्सलरेशन से, तो वी राइट ए इन टर्म्स ऑफ एंगुलर एक्सलरेशन आर एल्फा। सो दिस इज द रिलेशन, ये असी रिलेशन बना लिया टॉर्क विच ते एंगुलर एक्सलरेशन च। इनू भी याद रख लेना, नहीं याद रखना कोई प्रॉब्लम नहीं, छेती ना वैल्यूज फिल करोगे तो रिलेशन साढ़े को बन जाता है, राइट। सो ये रिलेशन असी देख लिया। सो इन मैं रब कर रहा हम एक होर रिलेशन अस ट्राई करिए। एक्सप्रेशन ऑफ टॉर्क इन टर्म्स ऑफ मूवमेंट ऑफ इनर्शिया। आई नोट किया। हाँ जी, ये रिलेशन असी बनाना है। देखिए तो सानू एक रिजिड बॉडी लैनी पैनी, फिर इस वास्ते कंसिडर ए रिजिड बॉडी ऑफ n particles let m1 m2 and so on mn be mass of n particles। कि साढ़े को रिजिड बॉडी का किन्ने पार्टिकल्स मान ली, n पार्टिकल्स ने। हर बार मास ने m1 m2 mn मान लिया सी। r1 r2 rn be their respective distances from axis of rotation। सो एक्सिस ऑफ रोटेशन को फिक्स नहीं होती, कितने भी यही बना सकते हैं। सो आ डायग्राम दोबारा याद कर लो। कोई जनरल बॉडी बनाती है इस तरह की असी, एनी 3 डिमेंशनल बॉडी इज देयर, रिजिड बॉडी है, आ कोई एक्सिस पास कर रही साढ़े कोल। ये देखिए इतने कोई पार्टिकल है साढ़े कोल, से इहदा मास कितना m1, डिस्टेंस कितना r1, इतने कितने होर है m2, डिस्टेंस कितना r2, इतने कितने होर बना दी m3 r3। इस तरह सौ जिन्हें मर्जी पार्टिकल्स बनाई जाइए एंड से देयर इज पार्टिकल mn, उसका मास mn है, डिस्टेंस कितना rn है। सो दिस इज एक्सिस ऑफ रोटेशन
ਸੋ ਆਹ ਸਾਡੇ ਕੋਲ ਕੰਡੀਸ਼ਨ ਆ ਚੁੱਕੀ ਹੈਗੀ ਹੈ। ਅਸੀਂ ਦੇਖ ਲਿਆ ਰਿਜਿਡ ਬੋਡੀ ਹੈ ਜਿਹਦੇ ਪਾਰਟੀਕਲਸ ਕਿੰਨੇ ਪਾਰਟੀਕਲਸ ਨੇ, n ਪਾਰਟੀਕਲਸ ਨੇ, ਸਭ ਦਾ ਮਾਸ ਦੇਤਾ, ਸਭ ਦੇ ਡਿਸਟੈਂਸ ਦੇ ਦਿੱਤੇ ਫਰੋਮ ਦਾ ਐਕਸਿਸ। ਐਨੀ ਗੱਲ ਹੀ ਨੋਟ ਕਰ ਲਈ। ਆਹ ਪੋਰਸ਼ਨ ਮੈਂ ਰੱਬ ਕਰ ਰਿਹਾ। ਹੁਣ ਨੈਕਸਟ ਦੇਖੀਏ ਕੀ ਕਹਿ ਰਹੇ ਸੀ। ਹੁਣ ਐਸ ਕੇਸ when this body is rotating about this axis, ਘੁੰਮ ਰਹੀ ਹੈ, ਤੇ ਕੀ ਦੇਖ ਰਹੇ ਅਸੀਂ? angular acceleration of all the particles would be same। ਉਹ ਚੱਕਰ 'ਚ ਘੁੰਮਦੇ ਪਏ ਨੇ, ਜਿੰਨਾ ਐਂਗਲ ਇੱਕ ਕਵਰ ਕਰੇਗਾ ਉਹਨਾਂ ਦੂਸਰਾ ਕਰੇਗਾ। ਯਾਦ ਕਰੋ ਬੋਡੀ ਘੁੰਮਦੀ ਪਈ ਚੱਕਰ ਦੇ ਵਿੱਚ ਹੈ ਨਾ। ਮੰਨ ਲਓ ਕੋਈ ਉੱਤੋਂ ਦੇਖੀਏ ਅਸੀਂ, ਚਾਹੇ ਪਾਰਟੀਕਲ ਇਸ ਜਗ੍ਹਾ 'ਤੇ ਚਾਹੇ ਇਸ ਜਗ੍ਹਾ 'ਤੇ ਹੈ, what would happen? ਕੁਝ ਸਮੇਂ ਬਾਅਦ ਘੁੰਮ ਕੇ ਬੋਡੀ ਇੱਥੇ ਆ ਰਹੀ ਹੈ, ਤਾਂ ਐਂਗਲ ਕਵਰਡ ਬਾਈ ਦਿਸ ਪਾਰਟੀਕਲ ਜਿਹੜਾ ਲਾਗੇ ਹੈ, ਆਹ ਪਾਰਟੀਕਲ 2 ਜਿਹੜਾ ਦੂਰ ਹੈ, ਐਂਗਲ ਕਵਰਡ ਜਿਹੜਾ ਵਾ ਵੁੱਡ ਬੀ ਸੇਮ। ਡਿਸਟੈਂਸ ਲਈ ਤਾਂ ਡਿਸਟੈਂਸ ਵੱਖਰਾ ਹੋ ਸਕਦਾ। ਐਂਗੂਲਰ ਡਿਸਪਲੇਸਮੈਂਟ ਇਜ਼ ਸੇਮ, ਐਂਗੂਲਰ ਵੈਲੋਸਿਟੀ ਵੁੱਡ ਬੀ ਸੇਮ, ਐਂਗੂਲਰ ਐਕਸਲਰੇਸ਼ਨ ਵੁੱਡ ਬੀ ਸੇਮ। ਬਟ ਕੀ ਦੇਖਿਆ ਅਸੀਂ? ਐਲਫਾ ਕਿੰਦਾ ਹੈ? आर ए सॉरी ए की है आर एल्फा, दूजे पासे की है वी की है आर ओमेगा। सो लीनियर वेलोसिटी ऑफ द पार्टिकल एंड लीनियर एक्सेलरेशन दे आर डिफरेंट। ये वक्रे हो सकते हैं, बट जिहड़ा एंगुलर वेलोसिटी ते एंगुलर एक्सेलरेशन जिहड़ा पार्टिकल जिहड़े घूमते पे आसे पासे सारे वास्ते की है सेम हैगा। हुण साडा एम की आ, असीं टॉर्क नूं लिखना वा, कित्थे पहुँचना? इनर्शिया के फॉर्म 'ਚ ਅਸੀਂ पहुँचना हैगा। सो देखिए ਅਸੀਂ मूवमेंट ऑफ इनर्शिया है, पहले देखिए, ओ सॉरी, टॉर्क ऑन फर्स्ट पार्टिकल कितना आएगा? रिलेशन पढ़े थे आप एम आर स्केयर एल्फा, करो याद। नैस किच कितना आएगा? फर्स्ट पार्टिकल आ, दिस इज m1 r1 स्केयर एल्फा आ गया। टॉर्क ऑन सेकंड पार्टिकल की आ जाएगा? m2 r2 स्केयर एल्फा, एंड सो ऑन चलता रहेगा। टॉर्क ऑन nth पार्टिकल m1 rn स्केयर एल्फा, ये साढ़े को आ चुका। ठीक है जी, असी कि अपना टोटल टॉर्क देखिए। टॉर्क ऑन बॉडी, सारी बॉडी तो टॉर्क कितना आ गया? सम ऑफ टॉर्क्स ऑन पार्टिकल्स। तो व्हाट वुड हैपन? we find sum of these। तो मैं रब कर देना, थोड़ी जगह बन जे। एम याद दस्या, एम साडा की असीं टॉर्क नूं लिखना इन टर्म्स ऑफ मूवमेंट ऑफ इनर्शिया। असीं बहुत लागे पहुँच चुके हैं। सो टॉर्क कितना आ गया? m1 r1 स्केयर एल्फा, m2 r2 स्केयर एल्फा, एंड सो ऑन mn rn स्केयर एल्फा। देखो केड़ी चीज़ कॉमन है? एल्फा एल्फा सबसे कॉमन है, बाकी डिफरेंट आ रहा है। सो की देखिए m1 r1 स्केयर प्लस m2 r2 स्केयर एंड सो ऑन, लास्ट पे कौन? mn rn स्केयर। व्हाट इज कॉमन हेयर? एल्फा। एस ब्रैकेट नूं ध्यान नाल देखो, कोई याद आ रहा? m1 r1 स्केयर m2 r2 स्केयर की चीज़ है? वी नो, करो याद, m1 r1 स्केयर प्लस m2 r2 स्केयर एंड सो ऑन, m1 rn स्केयर इज इक्वल टू I is movement of inertia
of body about given axis. सो ਜਿਹੜੀ ਵੀ ਐਕਸਿਸ ਆ ਖਿਆਲ ਰੱਖਣਾ ਐਕਸਿਸ ਦੇ ਚੇਂਜ ਹੋਣ ਨਾਲ ਪੋਜੀਸ਼ਨਸ ਜਿਹੜੀਆਂ ਨੇ ਵਿਦ ਰਿਸਪੈਕਟ ਟੂ ਪਾਰਟੀਕਲਸ ਗੈਟਸ ਚੇਂਜਡ ਤੇ ਸਰਕੇਸ ਦੀ ਜਿਹੜੀ ਮੰਨੀ ਐਕਸਿਸ ਉਹਦੇ ਹਿਸਾਬ ਨਾਲ ਕੋਈ ਵੀ ਲੈ ਲਈ ਅਸੀਂ ਆ ਸਾਡੇ ਕੋਲ ਆ ਚੁੱਕਾ ਹੈ ਸੋ ਕੀ ਬਣ ਗਿਆ ਰਿਲੇਸ਼ਨ ਸਾਡਾ देयरफॉर ਕੀ ਆ ਜਾਏਗਾ टाउ इज इक्वल टू ਕੀ ਆ ਗਿਆ टाउ इज इक्वल टू आई एल्फा यही रिलेशन सिंबल साडा टाउ इज इक्वल टू आई एल्फा दिस इज द रिलेशन बिटवीन टॉर्क एंड मूवमेंट ऑफ इनर्शिया तेनू याद रखना तुसी बड़ा आसान सी की देखा सी हर पार्टिकल का टॉर्क लभ लेना सी सब दे टॉर्क ऐड कर दिते तो लैफ्ट साइड ते टॉर्क अगर राइट साइड ते अल्फा वुड बी कॉमन जो चीज़ बची दैट इज इनर्शिया ऑफ द मूवमेंट ऑफ इनर्शिया ऑफ द बॉडी सो दिस इज द रिलेशन हुण की नोट किया तुसीं देखो एक और इक्वेशन आ गई टाउ इज इक्वल टू आई एल्फा सो आ साडा आर्टिकल खत्म हो चुका है इत्थे असीं जिहड़ा रिलेशन लभना सी लभ लिया हुण थोड़ा जिहा सोचिए नाल नाल असीं पैरल जिहड़े रूल चैक कर रहे हैं लीनियर मोशन दे इत्थे नोट लिख ली किते दिस इक्वेशन जिहड़ी असीं फाइंड कीती है plays the same role as is played by equation this equation is analog to the equation linear motion F is equal to ma in the linear motion देख लो बिल्कुल उस तरह की इक्वेशन आनी शुरू हो गई फोर्स की होंगी आ मास इंटू एक्सलरेशन हुण इत्थे फोर्स की थां ते कौन आ जांदा है टॉर्क असीं कहा सी टॉर्क बेस द सेम रोल एज इज प्लेड बाय फोर्स इन लीनियर मोशन वो वेखो आ गया जिथे मास आंदा उत्थे की आ जांदा मूवमेंट ऑफ इनर्शिया जिथे एक्सलरेशन आ रहा उत्थे की आ गया एंगुलर एक्सलरेशन तो सेम ही फार्मूले सिर्फ टर्म्स अलग दिखती पे सानू सो आ असीं नोट कर लो होर रिलेशन ट्राई करिए असीं हुण एंगुलर मोमेंटम की गल करिए एक्सप्रैशन ऑफ ऐसे ना एक्सप्रैशन ऑफ एंगुलर मोमेंटम की साढ़े को एल ये देखना इन टर्म्स ऑफ एंगुलर वेलोसिटी ये करके देखिए असी सो व्हाट इज एंगुलर मोमेंटम एंगुलर मोमेंटम इज एल की सी पी आर चा लिखा लगता तो लिख दो आर क्रॉस पी क्या आंदा आर पी साइन थीटा अगेन सर्कुलर मोशन हो रही साढ़े कोल की देख रही है एस केस इफ अगर की है थीटा की है 90 डिग्री साइन थीटा मीनस की बन जाएगा साइन 90 डिग्री कितना आ जाएगा 1 साढ़े को आ चुका सो व्हाट वुड बी एल एल आ जाएगा आर पी इंटू 1 तो एल इज इक्वल टू आर पी इतने ही पहुँच चुके हैं थीटा अगर 90 डिग्री है तो फिर साइन दे 90 डिग्री इज इक्वल टू 1 की वैल्यू इतने फिल करती असी आर पी आ चुका असी कितने पहुँचना वा एंगुलर वेलोसिटी तो पी नूं लिख सकते वेलोसिटी की फॉर्म च सो वी नो पी इज इक्वल टू एम वी लीनियर मोमेंटम की होंदा है मास इंटू वेलोसिटी so therefore L कितना बन गया इस केस L becomes R M ते V
देख लो आर एम भी आ चुका साढ़े कोल, हले भी असीं पहुँचे नहीं। एंगुलर वेलोसिटी नहीं याद की लिखते आप, ओमेगा नाल लिखते रहे असीं ना। वी नो वी की लिख सकते आप, आर ओमेगा आया याद। लीनियर वेलोसिटी इज इक्वल टू आर टाइम्स एंगुलर वेलोसिटी। फिल कर दिए आर एम आर ओमेगा, तो बिल्कुल हुणे रिलेशन डिस्कस किया सी उहदे वर्गा बन गया एम आर स्केयर ओमेगा। सो वी कैन राइट एंगुलर मोमेंटम इन टर्म्स ऑफ एंगुलर वेलोसिटी, यदि फॉर्म च आप लिख सकते इस तरह। तो रिलेशन बड़ा आसान, एल इज इक्वल टू आर पी साइन थीटा, साइन 90 डिग्री 1 होंदा, इस करके आर पी आ गया, पी की वैल्यू एम वी, फिर वी की वैल्यू फिल कर दी। तो वी रीच एट दिस रिलेशन एम आर स्केयर ओमेगा। डन। नैक्सट चलिए होर आप रिलेशन ट्राई करिए, आ नोट कर लो। एंगुलर मोमेंटम इन टर्म्स ऑफ मूवमेंट ऑफ इनर्शिया, बिल्कुल वर्गा साढ़े को आ रहा, ऐ सब च लिखना सी इनू। फिर की कंसिडर करिए, कंसिडर ए रिजिड बॉडी having n particles of masses ਕਿਹੜੇ m1 m2 mn at at distances r1 r2 and rn respectively from axis of rotation। तो इसमें क्या सकते हैं ना, कंसिडर ए रिजिड बॉडी हैविंग एन पार्टिकल्स हैं ने, मासेस कितने ने m1 m2 अप टू mn, डिस्टेंस कितने ने r1 r2 अप टू rn। याद रखना से डायग्राम थोड़ी बना लो, फिर बार बार डायग्राम बनाने इस तरह बाजी बना रहा। दिस इज एक्सिस ऑफ रोटेशन, ये एक्सिस ऑफ रोटेशन साढ़े को आ रही है। चलो इतनी लगी असी पार्टिकल है m1 एट डिस्टेंस r1, इधर को बनाता m2 डिस्टेंस r2, m3 डिस्टेंस r3 एंड सो ऑन, चलता रहेगा। कितने होर पार्टिकल बना दिए असी mn एट डिस्टेंस rn, असी बना लिया। तो रिजिड बॉडी असी लै ली आ। ये तुसीं रखोगे याद अपना एम, एल लिखना इन टर्म्स ऑफ आई। हाँ लिखिए। हूँ देखिए असी लीनियर मोमेंटम ऑफ सॉरी हाँ एंगुलर मोमेंटम ऑफ फर्स्ट पार्टिकल कितना आ जाएगा m1 r1 स्केयर ओमेगा। हमने डिस्कस किया से असी एंगुलर मोमेंटम ऑफ फर्स्ट पार्टिकल आ जाएगा, घूमता पाया चक्कर दे विच। क्या कहता हुणे असीं फार्मूला बनाया सी एम आर स्केयर ओमेगा, तो उत्थे की बन गया इन्ना एंगुलर मोमेंटम ऑफ सैकेंड पार्टिकल कितना आ जाएगा m2 r2 स्केयर ओमेगा एंड सो ऑन। इक्वेशंस बनती रहनगियां। एंगुलर मोमेंटम ऑफ nth पार्टिकल कितना आ जाएगा mn rn स्केयर ओमेगा। सो असी कि लभना पूरा बॉडी का एंगुलर मोमेंटम ऑफ बॉडी
रिजिड बॉडी का कितना आएगा, इनू की मानते एल पूरे का, एल इजिकल टू कितना आ गया m1 स्केयर r1 स्केयर एल्फा, m2 r2 स्केयर एल्फा एंड सो ऑन, m1 rn स्केयर एल्फा। डन हो गया। अगेन देखिए एल्फा इज कॉमन, सॉरी एल्फा नहीं आ रहा इसके, ओमेगा आ रहा, इतने एंगल वेलोसिटी आनी है, करेक्शन कर लो, ओमेगा 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 है ना, डन आ गया। हुन ये ओमेगा कॉमन आ गया, एल m1 r1 स्केयर m2 r2 स्केयर एंड सो ऑन mn rn स्केयर, ओमेगा कॉमन आ चुका साढ़े कोल, देख लिया सी आ की चीज़ बन चुकी अगेन ज़्यादा। दिस इज आवर मूवमेंट ऑफ इनर्शिया ऑफ द बॉडी, m1 r1 स्केयर प्लस m2 r2 स्केयर, m1 r1 स्केयर इज इक्वल टू I इज मूवमेंट ऑफ इनर्शिया ऑफ बॉडी। पूरा लिखना अबाउट द गिवन एक्सिस, इन्ना साढ़े को आ चुका है। देयरफॉर की रिलेशन बन गया साढ़े कोल, सारी जगह थी आ गया I, देयरफॉर L इज इक्वल टू I ओमेगा, L इज इक्वल टू I ओमेगा। एंगुलर एक्सेलरेशन इज प्रोडक्ट ऑफ मूवमेंट ऑफ इनर्शिया एंड एंगुलर वेलोसिटी। इनका पैरल रिलेशन देखिए असी नोट, दोबारा आर्टिकल खत्म हो गया, चेक करो। दिस इक्वेशन इज इक्विवेलेंट टू इक्वेशन केड़ी करो याद, P इज इक्वल टू mv इन लीनियर मोशन। फिर देख लो इक्वेशन उस तरह ही बन गई है। ओके डिस्कस कर चुके हैं, देखो कंपैरिजन करके असी की पढ़िया, एल एंगुलर मोमेंटम इधर कौन होंदा, लीनियर मोमेंटम, इधर मास इधर कौन आएगा, मास का रोल पे कर मूवमेंट ऑफ इनर्शिया, इधर लीनियर वेलोसिटी इधर एंगुलर वेलोसिटी। तो सिमिलर इक्वेशंस आर बीइंग फॉर्म्ड, बनती है पे बार बार हो इक्वेशंस। आ भी बड़ा आसान रिलेशन असी देख लिया। ਹੁਣ एक होर रिलेशन ट्राई करिए असी गल्लां देखिए, टॉर्क ਨੂੰ लिख लिया असी, टॉर्क इन टर्म्स ऑफ एंगुलर एक्सेलरेशन देख लिया, टॉर्क इन टर्म्स ऑफ एंगुलर एक्सेलरेशन हो गया, टॉर्क ਨੂੰ मूवमेंट इनर्शिया च लिख लिया असी, फिर असी देखिया एंगुलर मोमेंटम एंड एंगुलर वेलोसिटी, फिर उस तो बाद एंगुलर मोमेंटम एंड मूवमेंट ऑफ इनर्शिया। हुण असी ट्राई करिए इन दोवां दा आपस रिलेशन ऑफ टॉर्क एंड एंगुलर मोमेंटम। ये देखिए एल, इन्हां च रिलेशन बन सकता साडे कोल, की हो सकता साडे कोल कोई एक रिलेशन देखिए असी, ये आ रहा साडे कोल। हुणे असी की देखिया सी, एल इज इक्वल टू वी नो एल इज इक्वल टू के एम वी, तो इधर केड़ा आंदा सी आई ओमेगा। अगर भूल जाए साफ लिखा लग जाए इतने एल इज इक्वल टू आई ओमेगा। मेरे मन देखो तुम आइडिया याद रखना है, तो सारिया रिलेशन आ पढ़ने का वैसे सोचना से की बनता है, बार बार रिलेशन किस तरह के आ रहे हैं, पी इज इक्वल टू एम वी, इधर कौन आ रहा है एल इज इक्वल टू एम ओमेगा, सॉरी आई ओमेगा। इधर रिलेशन क्या आता सी साडे कोल टाउ इज इक्वल टू, सॉरी इधर फोर्स लीनियर वाला, फोर्स इज इक्वल टू मास इंटू एक्सेलरेशन, इधर का टॉर्क इज इक्वल टू एम इंटू एल्फा। इस तरह रिलेशन बन जा रहे हैं। तो आ भी रिलेशन देखो याद करो की पढ़े से आप, फोर्स इज इक्वल टू रेट ऑफ चेंज ऑफ लीनियर मोमेंटम,
ਵੀ ਟਾਈਮ ਦੇ ਥੋੜ੍ਹਾ ਜਿਹਾ ਟਾਈਮ ਅਗਰ ਮੋਮੈਂਟਮ ਚੇਂਜ ਹੋਏਗੀ ਵਿਦ ਦ ਟਾਈਮ, ਜਦੋਂ ਵੈਨ ਸਮ ਫੋਰਸ ਇਜ਼ ਐਕਟਿੰਗ ਔਨ ਦ ਬੋਡੀ, ਫੋਰਸ ਹੀ ਲੱਗੇਗੀ ਤੇ ਫਿਰ ਬੋਡੀ ਦਾ ਮੋਮੈਂਟਮ ਚੇਂਜ ਹੋਏਗਾ। ਅਗਰ ਫੋਰਸ ਉਸ ਸਮੇਂ ਵਾਸਤੇ ਕਿਸੇ ਬੋਡੀ 'ਤੇ ਲਗਾਈ ਜਾਂਦੀ ਹੈ, ਈਵਨ ਦੈਟ ਓਨਲੀ ਇਨ ਦੈਟ ਕੇਸ ਮੋਮੈਂਟਮ ਵੁੱਡ ਗੈਟ ਚੇਂਜਡ। ਸੋ ਸਿਮਿਲਰ ਰਿਲੇਸ਼ਨ ਸ਼ੁੱਡ ਬੀ ਦੇਅਰ। ਅਗਰ ਇਹਨੂੰ ਇਹ 'ਚ ਕਨਵਰਟ ਕਰਨਾ ਹੈ, ਟ੍ਰਾਂਸਲੇਸ਼ਨ ਕਰਨੀ, ਐਫ ਦੀ ਥਾਂ 'ਤੇ ਕੌਣ ਆਏਗਾ? ਟਾਓ। ਪੀ ਥਾਂ 'ਤੇ ਕੌਣ ਆਏਗਾ? ਡੀ ਐਲ ਡੀ ਟੀ। ਸੋ ਇਹ ਮੈਂ ਐਕਸਪੈਕਟ ਕਰ ਰਿਹਾ ਵਾਂ। ਇਹ ਰਿਲੇਸ਼ਨ ਇੱਥੇ ਬਣਾਉਣ ਦੀ ਕੋਸ਼ਿਸ਼ ਕਰਨੀ ਇਸ ਤਰ੍ਹਾਂ ਦਾ ਕਿ ਪੈਰਲਲ ਰਿਲੇਸ਼ਨ ਬਣਦਾ ਇਹਦੇ ਵਿੱਚ ਇਸ ਤਰ੍ਹਾਂ ਦਾ। ਤੁਹਾਡਾ ਏਮ ਤੁਹਾਨੂੰ ਇੱਥੋਂ ਆਈਡੀਆ ਮਿਲ ਗਿਆ। ਹੁਣ ਥੋੜ੍ਹਾ ਜਿਹਾ ਬੱਚਿਆਂ ਨੂੰ ਇੱਥੇ ਡਰ ਲੱਗਦਾ, ਮੈਂ ਜੋ ਲਾਈਨ ਲਿਖਣ ਲੱਗਾ, ਡਿਫਰੈਂਸ਼ੀਏਟਿੰਗ both sides with respect to time। ਟਾਈਮ ਨਾਲ ਹੀ ਇਹਨੂੰ ਡਿਫਰੈਂਸ਼ੀਏਟ ਕਰਦੀ ਹੈ। ਕੀ ਆਉਂਦਾ? ਡੀ ਐਲ ਅਪੋਨ ਡੀ ਟੀ, ਡੀ ਅਪੋਨ ਡੀ ਟੀ ਆਈ ਓਮੇਗਾ। ਅੱਜ ਤੁਸੀਂ ਮੋਸ਼ਨ ਡਿਸਕਸ ਕੀਤੀ ਸੀ, ਉਹ 'ਚ ਸਮਝਾਇਆ ਸੀ ਥੋੜ੍ਹਾ ਜਿਹਾ ਡਿਫਰੈਂਸ਼ੀਏਸ਼ਨ ਬਾਰੇ, ਕਿਹਾ ਸੀ ਤੁਸੀਂ ਮੈਥਮੈਟਿਕਸ ਹੀ ਪੜ੍ਹਨਾ, ਪਰ ਫਿਰ ਵੀ ਆਪਾਂ ਇੱਥੇ ਦੁਬਾਰਾ ਕਰਕੇ ਦੇਖ ਲੈਂਦੇ ਥੋੜ੍ਹਾ ਜਿਹਾ, ਇਹਦੇ ਬਾਰੇ ਸਮਝ ਲਈਏ। ਇਹਦਾ ਮੀਨਿੰਗ ਕੀ ਹੈ? ਆਹ ਤੁਸੀਂ ਬਾਰ ਟਰਮ ਯੂਜ਼ ਕਰਨੀ ਕਈ, ਡੀ ਅਪੋਨ ਡੀ ਟੀ। ਕੀ ਟਰਮ ਹੈ? ਡੀ ਅਪੋਨ ਡੀ ਟੀ। ਸਮਝਣ ਵਾਸਤੇ ਪਾਰਟ ਨਹੀਂ ਹੈਗਾ। ਡੀ ਅਪੋਨ ਡੀ ਟੀ, rate of something with respect to time। ਇਹ ਮੈਂ ਲਿਖ ਲਿਆ। ਇੱਥੇ ਕੁਝ ਮੈਂ ਲਿਖਾਂਗਾ ਐਸੀ ਚੀਜ਼ ਜਿਹੜੀ ਇੱਥੇ ਨਹੀਂ ਲਿਖੀ ਮੈਂ, ਮੰਨ ਲਓ ਕੋਈ ਚੀਜ਼ ਹੈਗੀ ਇੱਥੇ, ਡੀ ਅਪੋਨ ਡੀ ਟੀ ਆਫ ਦਿਸ ਥਿੰਗ, ਕੋਈ ਸਮਥਿੰਗ ਹੈ, ਇਹ ਸਮੇਂ ਨਾਲ ਕਿਸ ਤਰ੍ਹਾਂ ਚੇਂਜ ਕਰ ਰਹੀ ਹੈ। ਸਮੇਂ ਦੇ ਚੇਂਜ ਕਰਨਾ, ਵਾਟ ਵੁੱਡ ਬੀ ਚੇਂਜ ਇਨ ਦੈਟ ਥਿੰਗ, ਦੈਟ ਇਜ਼ ਕਾਲਡ ਡਿਫਰੈਂਸ਼ੀਏਸ਼ਨ। ਇਹਨੂੰ ਕਹਾਂਗੇ ਟਾਈਮ ਦੇ ਚੇਂਜ ਕਰਨਾ, ਬੋਡੀ 'ਚ ਕਿਸ ਤਰ੍ਹਾਂ ਦਾ ਚੇਂਜ ਆ ਰਿਹਾ। ਹੁਣ ਦੇਖੋ ਬੋਡੀ ਦੀ ਕੋਈ ਚੀਜ਼ ਕੌਂਸਟੈਂਟ ਹੈ ਸਾਡੇ ਕੋਲ, ਮਾਸ ਆਫ ਦਿਸ ਡਸਟਰ, ਅੱਜ ਛੱਡ ਗਿਆ ਵਾਂ, ਕੱਲ੍ਹ ਦੇਖਾਂਗਾ, ਪਰਸੋਂ ਦੇਖਾਂ, ਇਟ ਰਿਮੇਨ ਸੇਮ। ਸੋ ਮਾਸ ਫਿਲਹਾਲ ਜਿਹੜਾ ਸਮੇਂ ਨਾਲ ਚੇਂਜ ਨਹੀਂ ਕਰਦਾ ਪਿਆ, ਇਹ ਸਾਡੇ ਕੋਲ ਕੌਂਸਟੈਂਟ ਚੀਜ਼ ਆ ਚੁੱਕੀ ਹੈ। ਅਗਰ ਮੈਂ ਕਹਾਂ 10 ਰੁਪਈਏ ਹਨ, ਇੱਥੇ ਰੱਖ ਕੇ 10 ਹੀ ਰਹਿਣੇ ਨੇ, ਇਹ ਟਾਈਮ ਨਾਲ ਚੇਂਜ ਨਹੀਂ ਹੋ ਰਹੇ। ਬਟ ਦੇਰ ਆਰ ਥਿੰਗਸ ਵਿਚ ਗੈਟ ਚੇਂਜ। ਅਗਰ ਮੈਂ ਕਰਾਂਗਾ ਕੀ ਹੋ ਰਿਹਾ ਸਾਡੇ ਕੋਲ, ਇਹ ਜਗ੍ਹਾ 'ਤੇ ਮੈਂ ਡਰੋਪ ਵਾਟਰ ਦਾ ਛੱਡ ਜਾਂਦਾ, ਕੀ ਹੋਏਗਾ? ਇਟ ਵਿਲ ਸਪੀਡ ਨੀਚੇ ਸਲਿਪ ਕਰਨਾ ਸ਼ੁਰੂ ਕਰ ਦੇਗਾ। ਇਟ ਵਿਲ ਮੂਵ ਡਾਊਨ ਵਿਦ ਦ ਪਾਸੇਜ ਆਫ ਟਾਈਮ। ਤਾਂ ਕੀ ਹੋਏਗਾ? ਇਟ ਵਿਲ ਚੇਂਜ, ਡਿਪੈਂਡ ਕਰਦਾ ਕਿੰਨੀ ਸਪੀਡ ਨਾਲ ਆ ਰਿਹਾ। ਦੈਟ ਵਿਲ ਬੀ ਡਿਫਾਈਨਡ ਬਾਈ ਦਿਸ ਟੀ। ਫਿਲਹਾਲ ਕੀ ਹੈ? ਸਮਾਲ ਚੇਂਜ ਇਨ angular momentum would be there when there is small change in time। इधर देखिए what is there? so अगर बॉडी रिजिड बॉडी है तो एक्सिस एक ही रख लिए, then I is constant। तो समय ਦੇ ਚੇਂਜ ਹੋਣ ਨਾਲ I ਵਿੱਚ ਚੇਂਜ ਨਹੀਂ ਹੋ ਰਿਹਾ, ਬਟ ਆਹ ਚੀਜ਼ ਜਿਹੜੀ ਆ ਐਂਗੂਲਰ ਵੈਲੋਸਿਟੀ ਆ, ਇਟ ਕੈਨ ਗੈਟ ਚੇਂਜਡ। ਦੇਖਣੇ ਕੀ ਬਣਦਾ, ਅਸੀਂ ਲਿਖਦੇ ਹਾਂ ਡੀ ਐਲ ਅਪੋਨ ਡੀ ਟੀ ਆਈ। ਕੌਂਸਟੈਂਟ ਚੀਜ਼ਾਂ ਡਿਫਰੈਂਸ਼ੀਏਟ ਤੋਂ ਬਾਹਰ ਆ ਜਾਂਦੀਆਂ ਨੇ, ਕਿਉਂਕਿ ਟਾਈਮ ਨਾਲ ਇਹਨਾਂ ਦੇ ਫਰਕ ਨਹੀਂ ਪੈਣਾ। ਤੁਸੀਂ ਲਿਖਣਾ ਡੀ ਓਮੇਗਾ ਅਪੋਨ ਡੀ ਟੀ। ਆਹ ਯਾਦ ਕਰੋ ਰਿਲੇਸ਼ਨ ਕੀ ਹੁੰਦਾ ਹੇਅਰ, ਯਾਦ ਆਇਆ? ਰੇਟ ਆਫ ਚੇਂਜ ਆਫ ਐਂਗੂਲਰ ਵੈਲੋਸਿਟੀ ਵਿਦ ਰਿਸਪੈਕਟ ਟੂ ਟਾਈਮ, ਇਹਨੂੰ ਕੀ ਕਹਿੰਦੇ ਆ? ਐਂਗੂਲਰ ਐਕਸਲਰੇਸ਼ਨ। ਕੌਣ ਯਾਦ ਆ ਗਿਆ ਨਾ ਤੁਹਾਨੂੰ? means there would be small change in angular velocity during small change in time। ਅਗਰ ਇਸ ਤਰ੍ਹਾਂ ਹੋ ਰਿਹਾ ਵਾ, ਸਮੇਂ ਦੇ ਚੇਂਜ ਹੋਣ ਦੇ ਨਾਲ ਐਂਗੂਲਰ ਵੈਲੋਸਿਟੀ ਚੇਂਜ ਹੋ ਰਹੀ ਹੈ, ਇਟ ਮੀਨਸ ਸਮ ਐਕਸਲਰੇਸ਼ਨ ਇਜ਼ ਦੇਅਰ, ਕੋਈ ਐਕਸਲਰੇਸ਼ਨ ਲੱਗਦੀ ਪਈ ਹੈ। ਆਹ ਫਰਕ ਸੀ। ਸੋ ਦ ਰਿਲੇਸ਼ਨ ਬਿਕਮ, ਕੀ ਰਿਲੇਸ਼ਨ ਬਣ ਰਿਹਾ ਸਾਡੇ ਕੋਲ?
dl upon dt is equal to I alpha, राइट। इतने ही पहुँच चुके हैं। ਹੁਣ ਹੋਰ देखिए ਅਸੀਂ ਹੁਣੇ ਅਸੀਂ ਰਿਲੇਸ਼ਨ ਪੜ੍ਹੇ ਸੀ, ਕਿਸ ਤਰ੍ਹਾਂ ਆ ਗਿਆ, ਮਾਸ ਇੰਟੂ ਐਕਸਲਰੇਸ਼ਨ, ਮੂਵਮੈਂਟ ਆਫ ਇਨਰਸ਼ੀਆ ਇੰਟੂ ਐਂਗਲ ਆਫ ਐਕਸਲਰੇਸ਼ਨ। ਕੀ ਪੜ੍ਹਿਆ ਸੀ ਉਹਨੇ, ਟਾਰਕ ਦਾ ਰਿਲੇਸ਼ਨ ਦੇਖੋ ਪਿੱਛੇ ਜਿਹੜਾ ਹੁਣੇ ਆਪਾਂ ਡਿਸਕਸ ਕਰਕੇ ਵੀ ਨੋ ਟਾਓ ਵੀ ਕੀ ਹੁੰਦਾ ਆਈ ਐਲਫਾ, ਹੁਣੇ ਅਸੀਂ ਪੜ੍ਹ ਕੇ ਆਏ ਹਾਂ। ਫਿਰ ਇਕੁਏਸ਼ਨ 1 ਹੋਏ ਅਤੇ ਇਕੁਏਸ਼ਨ 2, ਤੋ ਰਾਈਟ ਸਾਈਡ ਦੋਨਾਂ ਦੀ सेम है तो लैफ्ट भी इक्वल होनी चाहिए है। फ्रॉम इक्वेशंस 1 and 2 what do we get, tau is equal to dl upon dt। so torque ये torque is rate of change of angular acceleration with time। अगर टाइम नहीं भी लिखा इट इज अंडरस्टूड दैट रेट ऑफ चेंज अगर कोई होर चीज़ नहीं होती, अगर नहीं गिवन इट मीनस वी आर टॉकिंग अबाउट टाइम। सो एक आर रिलेशन साढ़े को आ जाता, इनू ख्याल रखना तुसीं, बड़ा इंपॉर्टेंट रिलेशन है। टाओ इज इक्वल टू डी एल अपॉन डी टी, ये भी रिलेशन असीं फाइंड कर लिया। नैक्सट देखिए असीं, साढ़े को टाइम है हले काफ़ी, ला देखिए ला ऑफ कंजरवेशन, जिथे वर्ड कंजरवेशन आ रहा है इट मीन समथिंग इज कॉन्सटेंट, यही किसी कॉन्सटेंट चीज़ की गल करन जा रहे हैं जी बदलती नहीं है। कंजरवेशन ऑफ एंगुलर मोमेंटम, ये भी बड़ा इंपॉर्टेंट ला है। ला ऑफ कंजरवेशन ऑफ एंगुलर मोमेंटम, इट स्टेट्स दैट in the absence of external torque, the angular momentum of a body remains unchanged या remains constant। अगर बाहरों कोई भी टॉर्क आप ना लगाइए तो फिर की एंगुलर मोमेंटम बॉडी का चेंज नहीं होता साडे कोल, ठीक है। देखिए असीं कित्थों आ रहे साडे कोल, अगर प्रूफ देखना है तो स्टेटमेंट साडे कोल चुकी है, वी नो हुणे की रिलेशन से कीता सी, dl upon dt is equal to tau, rate of change of angular momentum is equal to tau if tau is 0। tau ਆਪਾਂ नहीं लगा रहे, कहते ओके, ਇਹਦਾ मीनिंग कि साढ़े को आ गया, therefore की हो गया साढ़े को dl upon dt is equal to 0। ਹੁਣ ਆ ਇਕੁਏਸ਼ਨ देखो की कह रही है, ये कह रही है रेट ऑफ चेंज ऑफ एल विद रिस्पैक्ट टू टी इज इक्वल टू 0। ਇਹਦਾ ਕੀ ਮਤਲਬ ਆ, ਸਮੇਂ ਦੇ ਚੇਂਜ ਕਰਨ ਦੇ ਨਾਲ when the time changes the change in L is 0, ਤੇ L ਵਿੱਚ ਕੋਈ ਚੇਂਜ ਨਹੀਂ ਆ ਰਿਹਾ, ਇਟ ਮੀਨਸ L ਕਿਤਨਾ ਦੀ ਚੇਂਜ ਆ, L must be constant। constant ਚੀਜ਼ ਜਿਹੜੀ ਹੋਏਗੀ ਉਹਦੇ ਨਾਲ ਸਮੇਂ ਚੇਂਜ ਨਹੀਂ ਆਉਂਦਾ ਹੈ, ਪਰ ਬਸ ਸੋਚਣੇ ਆ, ਪਰ ਰਾਈਟ ਹੈਂਡ ਸਾਈਡ 0 ਹੈ, ਇਟ ਮੀਨਸ रेट ऑफ चेंज ऑफ एल इज इक्वल टू 0। ਇਹਦਾ ਮੀਨਿੰਗ ਕੀ ਹੋਇਆ ਵੀ ਸਮੇਂ ਦੇ ਚੇਂਜ ਹੋਣ ਨਾਲ, ਸਮਾਂ ਦੇਖ ਰਹੇ ਅਸੀਂ ਕੀ ਹੋ ਰਿਹਾ, ਸਮੇਂ ਦੇ ਚੇਂਜ ਹੋਣ ਨਾਲ ਜਿਹੜਾ ਐਕਸਲਰੇਸ਼ਨ ਜਿਹੜੀ ਐਂਗੂਲਰ ਐਕਸਲ ਵਿੱਚ ਕੋਈ ਚੇਂਜ, ਐਂਗੂਲਰ ਮੋਮੈਂਟਮ 'ਚ ਕੋਈ ਚੇਂਜ ਨਹੀਂ ਆ ਰਿਹਾ। एल इज इक्वल टू कॉन्स्टेंट, एल कॉन्स्टेंट होएगा। आ साड़ी गल आ चुकी है, पहली गल असीं सीख ली है।
L कॉन्सटेंट है। होर देखने वाले बारे L की है साढ़े कोल, इट इज प्रोडक्ट ऑफ M V तो ज़्यादा है I ओमेगा, therefore I ओमेगा दिस प्रोडक्ट इज आल्सो कॉन्स्टेंट। हाँ भी गल क्लीयर होगी साढ़े कोल। ਹੁਣ ਇਹ ਤੋਂ ਇੱਕ ਆ ਨੋਟ ਕਰ ਲਓ ਪਲੀਜ਼। ਹਾਂ ਇਹ ਤੱਕ ਹੋਰ ਬੜੀ ਇੰਟਰਸਟਿੰਗ ਗੱਲ ਬਣ ਜਾਂਦੀ ਆ। ਅਗਰ ਬੋਡੀ ਰਿਜਿਡ ਨਾ ਹੋਏ, ਮੈਂ ਕੀ ਕਹਿ ਰਿਹਾ, ਬੋਡੀ ਰਿਜਿਡ ਨਹੀਂ ਹੈ ਜਾਂ ਐਕਸਸ ਬਾਅਦ ਉਹਦੀ ਪੋਜੀਸ਼ਨ ਆਪਾਂ ਚੇਂਜ ਕਰਕੇ ਦੇਖ ਲਈਏ। ਸੋ ਕੀ ਦੇਖੀਏ, ਅਗਰ ਇਹਨਾਂ 'ਚ ਫਰਕ ਪੈ ਜਾਂਦਾ, ਦਿਸ ਪ੍ਰੋਡਕਟ ਦੇਖੋ ਧਿਆਨ ਨਾਲ, ਇਫ I1 omega 1 is initial moment of inertia and angular velocity of body। पहले है ना सी कोई चेंज आया बॉडी ਦੇ ਵਿੱਚ कि बॉडी ਸੀ ਇਸ ਤਰ੍ਹਾਂ, ਮੰਨ ਲਓ ਮੈਂ ਇਸ ਤਰ੍ਹਾਂ ਖਲੋਤਾ ਪਿਆ, ਮੈਂ ਆਪਣੇ ਆਪ ਨੂੰ ਸਕੀਜ਼ ਕਰ ਲਿਆ, ਇਕੱਠਾ ਕਰ ਲਿਆ, ਕੀ ਹੋਏਗਾ, ਜਿਹੜੇ ਡਿਸਟੈਂਸ ਉਹ ਗੈਟ ਚੇਂਜ ਹੋਏ ਨੇ ਆ, ਡਿਸਟੈਂਸ ਚੇਂਜ ਹੋਣਗੇ ਫਰੋਮ ਦਾ ਐਕਸਿਸ, ਤੇ ਇਨਰਸ਼ੀਆ ਜਿਹੜਾ ਮੂਵਮੈਂਟ ਆਫ ਇਨਰਸ਼ੀਆ ਵਾ ਉਹ ਚੇਂਜ ਹੋ ਜਾਏਗਾ। ਫਿਰ ਕੀ ਹੋਏਗਾ ਦੇਖਨੇ ਆਪਾਂ, ਮੇ ਵੀ ਓਮੇਗਾ ਚੇਂਜ ਹੋ ਜਾਏ, I2 इज फाइनल को समय की बनता दूसरा है मूवमेंट ऑफ इनर्शिया एंड एंगुलर वेलोसिटी ऑफ बॉडी। हुण कंडीशन की है, इफ देयर इज नो एक्सटर्नल टॉर्क, की देखा L means I omega remains constant। मैं सारा एलैबोरेट किया, वैसे गल कितने खत्म होने का मीनिंग की है, दिस प्रोडक्ट ये L वा, ये भी प्रोडक्ट की साढ़े कोल L ही है, इन्हें भी एल रहना, इन्हें भी एल रहना, ये भी एल रहेगा, कुछ समय बाद देखोगे ये चेंज हो जाएंगे, बट मल्टीप्लाई करके भी ना एल ही निकलना है। तो की लिख रही असी इतों तीसरी लाइन जी लिखनी सी असी, इतों की बन जाती सीधी, लिख सकते I1 ओमेगा 1 इज इक्वल टू I2 ओमेगा 2। इतने गल खत्म नहीं होंगी, फिर थर्ड स्टेज फोर्थ स्टेज कुछ हुए I3 ओमेगा 3 I4 ओमेगा 4 एंड सो ऑन। बेसिकली की देखा आ बड़ा इंपॉर्टेंट रिलेशन आ गया, दिस प्रोडक्ट रिमेन्स सेम, एक बढ़ेगा तो दूसरा घटेगा। हाँ रिलेशन समझ लो ध्यान नाल, इतने बेस काफ़ी एप्लीकेशनस है साडे कोल, जां न्यूमेरिकल्स भी आ जाते हैं। की देखिए असीं बार बार क्वेश्चन यही करते हैं, तुसी कोई प्रोडक्ट परचेज की मार्केट तो की किया, उन्होंने कहता भी असी 1000 रुपये देवांगे, 20 टाइम देवांगे, कितनी जी चीज़ हैगी आ 20,000 की चीज़ साढ़े को आ की है, नंबर ऑफ टर्म्स आया कि रिटर्नस आप देनिया और किश्त देनिया ही, आ अमाउंट कि साढ़े को है। अगर कोई बंदा कहे नहीं सर मैं ना 10 किश्तों काम मुकाना है, तो की करेगा, किश्त 20 तो घट गई 10, पैसे तो उन्हें देने पैने सानू 20,000 ही देना पैना, तो की करना, मैं इतने कितना आ जाएगा 2000 आ रहा। एक बंदा हो रहा नहीं नहीं मैं तो 5 ही देनी है, तो की करा इधर हो गया किश्त। की देख रहे हैं आप, जे असी किश्त देन दी कितनी किश्तां घटा रहे हैं,
ਇੱਧਰ ਕੀ ਕਰਦਾ ਅਮਾਊਂਟ ਵੱਧਦਾ ਪਿਆ ਸਾਡੇ ਕੋਲ। ਹੁਣ ਕੋਈ ਬੰਦਾ ਆਉਂਦਾ ਵੀ ਨਹੀਂ ਮੇਰੇ ਕੋਲ ਇੰਨੇ ਪੈਸੇ ਨਹੀਂ ਆ, ਮੈਂ ਤੁਹਾਨੂੰ 100 ਰੁਪਈਆ ਦੇ ਸਕਦਾ, ਮੰਨ ਲਓ ਇਸ ਤਰ੍ਹਾਂ ਦਾ ਆ ਜਾਏ ਸਾਡੇ ਕੋਲ, ਫਿਰ ਕੀ ਕਰਨਾ ਪਏਗਾ ਸਾਨੂੰ? ਉਨੀ ਇਸ ਸਾਈਡ 'ਤੇ ਇਹਨੂੰ 200 ਦੇਣੀ ਪੈਣੀ, 200 ਦੇਣੇ ਪੈਣਗੇ 100 ਰੁਪਈਆ। ਤੂੰ ਕੀ ਦੇਖਿਆ? ਇੱਕ ਵਧੇਗਾ ਤੇ ਦੂਸਰਾ ਘਟੇਗਾ, ਪ੍ਰੋਡਕਟ ਵੁੱਡ ਰਿਮੇਨ ਕੌਂਸਟੈਂਟ। ਇਹੋ ਇਸ ਕੇਸ 'ਚ ਹੈਗਾ, ਆ ਪ੍ਰੋਡਕਟ ਨੇ ਕੌਂਸਟੈਂਟ ਰਹਿਣਾ ਵਾ। ਅਗਰ I1 ਵਧੇਗਾ ਇੱਧਰੋਂ, ਇਹ ਘੱਟ ਹੋਏਗਾ, ਇੱਧਰ ਘੱਟ ਗਿਆ। ਕੀ ਦੇਖੀਏ ਆਪਾਂ? ਇਫ I1 ਇਜ਼ ਗ੍ਰੇਟਰ ਟੂ I2, ਇਹ ਕਹਿੰਦਾ ਇਹ ਤੋਂ ਵੱਡਾ, ਤੇ ਇਟ ਮੀਨਸ ਕੀ ਆ? ਫਿਰ ω1 ਇਜ਼ ਲੈਸ ਦੈਨ ω2। ਇੱਕ ਵੱਡਾ ਤੇ ਦੂਸਰਾ ਛੋਟਾ ਦੇਖ ਲਓ ਇੱਧਰੋਂ। I1 ਆ ਗਈ ਸਾਡੇ ਕੋਲ I2, ਇੱਥੇ ਦੇਖ ਲਈਏ, ਇਹ ਦੋਵੇਂ ਦੇਖੀਏ, ਇਹਨੂੰ I1 ਮੰਨ ਲਓ, ਇਹਨੂੰ I2 ਮੰਨ ਲਓ। ਇਹ ਇਸ ਤੋਂ ਵੱਡਾ ਤੇ ਇਹ ਕੀ ਹੋ ਗਿਆ ਫਿਰ? ਇਹ ਤੋਂ ਛੋਟਾ ਆ ਗਿਆ ਸਾਡਾ, ω1 ਇਜ਼ ਲੈਸ ਦੈਨ ω2। ਜੇ ਉਲਟਾ ਕਰਕੇ ਦੇਖੀਏ, ਇਹ ਤੋਂ ਛੋਟਾ ਤੇ ਉਸ ਤੋਂ ਵੱਡਾ ਹੈ ਨਾ। ਮੈਂ ਵਾਰ-ਵਾਰ ਤਾਂ ਕਹਿ ਰਿਹਾ ਵਾਂ ਵੀ ਤੁਹਾਡੇ ਮਨ 'ਚ ਗੱਲ ਪੱਕੀ ਹੋ ਜੇ। ਇਹਨੂੰ ਅਸੀਂ ਯੂਜ਼ ਕਰਨਾ ਐਪਲੀਕੇਸ਼ਨ ਦੇ ਵਿੱਚ। ਹੁਣ ਦੇਖੀਏ ਆਪਾਂ ਐਪਲੀਕੇਸ਼ਨਸ ਕਿੱਥੇ ਇਹਦੀਆਂ ਹੈਗੀਆਂ, ਜਾਂ ਕਹਿ ਦਈਏ ਐਗਜ਼ਾਮਪਲਸ ਆਫ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ। ਕੁਝ ਐਗਜ਼ਾਮਪਲਸ ਅਸੀਂ ਡਿਸਕਸ ਕਰਨੀਆਂ, ਸਮਝ ਆ ਜਾਣਗੀਆਂ। ਹੋਰ ਬਹੁਤ ਸਾਰੀਆਂ ਐਗਜ਼ਾਮਪਲਸ ਜਿਹੜੇ ਤੁਸੀਂ ਪੜ੍ਹ ਸਕਦੇ ਜੇ ਆਪਣੀ ਬੁੱਕਸ 'ਚੋਂ, ਇੰਟਰਨੈਟ ਤੋਂ ਦੇਖ ਸਕਦੇ ਜੇ। ਮੇਨ ਗੱਲ ਸਮਝ ਆ ਗਈ ਤੁਹਾਨੂੰ, ਇਹੋ ਪ੍ਰਿੰਸੀਪਲ ਲੱਗਣਾ। ਐਗਜ਼ਾਮਪਲਸ ਆਫ conservation of angular momentum। देखिए, if a person is holding some weights in his hands and his arms are stretched, he is rotating on a table, on a turntable, with some angular speed, क्या है angular velocity, with some angular speed। ਇਸ ਤਰ੍ਹਾਂ ਦੀ ਗੱਲ, ਸਾਡਾ ਇੱਕ ਪਰਸਨ ਹੈਗਾ, ਉਹਨੇ ਆਪਣੇ ਹੱਥਾਂ 'ਚ ਵੇਟ ਫੜੇ ਹੈਗੇ ਨੇ। ਇਸ ਤਰ੍ਹਾਂ ਮੈਂ ਖਲੋਤਾ ਇਸ ਜਗ੍ਹਾ 'ਤੇ, ਐ ਉਹਨੇ ਵੇਟ ਪਕੜ ਕੇ ਖਲੋਤਾ, ਰਾਈਟ ਤੇ ਲੈਫਟ ਤੇ ਵੇਟ ਹੈਗੇ ਨੇ। ਅਗਰ ਉਹ ਪਰਸਨ ਇੱਕ ਟੇਬਲ 'ਤੇ ਘੁੰਮਦਾ ਪਿਆ, ਅਸੀਂ ਉਹਨੂੰ ਨਾ ਧੱਕਾ ਲਗਾ ਕੇ ਘੁਮਾਉਂਦੇ ਪਏ ਹਾਂ, ਨਾ ਉਹਨੂੰ ਸਲੋ ਕਰਦੇ ਪਏ ਨੇ, ਘੁੰਮ ਰਿਹਾ ਤੇ ਟੇਬਲ ਬੜਾ, ਅਸੀਂ ਕਹਿੰਦੇ ਵੀ ਬੜਾ ਫ੍ਰਿਕਸ਼ਨਲੈਸ ਹੈਗਾ, ਇੱਕ ਸਪੀਡ 'ਤੇ ਘੁੰਮੀ ਜਾ ਰਿਹਾ, ਪਰਸਨ ਘੁੰਮਦਾ ਹੈ ਨਾ। ਅਸੀਂ ਦੇਖਿਆ ਜਦੋਂ ਉਹ ਪਰਸਨ ਆਪਣੇ ਦੋਨਾਂ ਹੱਥਾਂ ਨੂੰ ਲਾਗੇ ਲੈ ਕੇ ਆਏਗਾ, ਕੀ ਨੋਟਿਸ ਕੀਤਾ ਜਾਂਦਾ ਵਾ? ਉਹਦੀ ਘੁੰਮਣ ਦੀ ਸਪੀਡ ਕੀ ਹੋ ਜਾਂਦੀ ਹੈ? ਜ਼ਿਆਦਾ ਹੋ ਜਾਂਦੀ ਹੈ। Now, if the person folds his arms and brings the weights close to his chest, his angular speed gets increased। एक फिनोमेना ਅਸੀਂ ਨੋਟ ਕਰ ਲਿਆ। ਇਹ ਫਿਨੋਮੇਨਾ ਅਕਸਰ ਜਿਹੜੇ ਆ ਸਰਕਸ ਵਗੈਰਾ ਜਾਂ ਐਕਰੋਬੈਟ ਸਿਖਾਉਂਦੇ ਨੇ, ਤੇ ਲੋਕ ਬਹੁਤ ਇੰਪ੍ਰੈਸ ਹੁੰਦੇ ਆ ਵੀ ਅਕਸਰ ਆਪਣੇ ਆਪ ਕਿਤੋਂ ਸਪੀਡ ਹੋ ਗਈ ਦੀ ਬਾਤ ਕੀ ਕਿਸੇ ਚੀਜ਼ ਦੀ ਹੈ ਨਾ। ਸੋ ਆਹ ਨੋਟ ਕਰ ਲਓ, ਤੇ ਮੈਂ ਰੱਬ ਕਰ ਰਿਹਾ ਨੂੰ ਕਿਸ ਤਰ੍ਹਾਂ ਦੀ ਪਿਕਚਰ ਬਣ ਰਹੀ ਦੇਖ ਲਓ ਪਹਿਲਾਂ। ਡਰਾਇੰਗ ਅਕਸਰ ਚੰਗੀ ਨਹੀਂ ਹੁੰਦੀ ਟੀਚਰ ਸਾਡੇ ਵਰਗਿਆਂ ਦੀ,
ਫਿਰ ਪਰ ਕੋਸ਼ਿਸ਼ ਕਰਦੇ ਹਾਂ ਮਤਲਬ ਇੱਕ ਟੇਬਲ ਬਣਾ ਦਿੱਤਾ ਸੀ ਆਹ ਦਾ ਬੇਸ ਹੈ ਇੱਥੇ ਇੱਕ ਪਰਸਨ ਖੜਾ ਹੈ ਇਹਨੇ ਆਪਣੀ ਇੱਥੇ ਵੇਟ ਪਕੜੇ ਹੈਗੇ ਨੇ ਇਹ ਘੁੰਮ ਰਿਹਾ ਸਾਈਡ 'ਤੇ ਮਤਲਬ ਇਹ ਤਾਂ ਰੋਟੇਸ਼ਨ ਹੋ ਰਹੀ ਹੈ ਇਹ ਟੇਬਲ 'ਤੇ ਘੁੰਮ ਰਿਹਾ ਜਦੋਂ ਇਹਨੇ ਕੀ ਕੀਤਾ ਐਸ ਟੀ ਸਾਡੇ ਕੋਲ ਆ ਚੁੱਕਾ ਉਹਨੇ ਫੋਲਡ ਕਰਕੇ ਆਪਣੇ क्लोज करते ने दोनों हैंड ते सारा वेट क्लोज करके आए दा बेस है बेस ते मतलब टेबल आ टेबल जो अपने आप घूमता पाया साडे कोल की देखेगा जो ये परसन जोड़ा वेट्स अपने क्लोज लैके आता की हो रहा वा एस के की स्पीड घूमन की बढ़ जाती हैगी है की देखा इतने ओमेगा 1 है इतने ओमेगा 2 है की नोट किया ओमेगा 1 इज़ ग्रेटर दैन ओमेगा सॉरी ओमेगा 2 बिकम ग्रेटर दैन ओमेगा 1 ये क्वेश्चन आया भी किस तरह ना कोई मशीन लगी है इस जगह ते ना किसी ने कुछ किया ना कुछ किया तो व्हाट हैपेंड क्यों इस तरह एबी की स्पीड बढ़ चुकी है ये आंसर की है ड्यू टू कंजरवेशन ऑफ एंगुलर मोमेंटम अगर ये एक बढ़ेगा तो क्या होएगा एनएच की रिलेशन आएगा ये रिलेशन आएगा इत्थे बॉडी तो दूर ने असी की पढ़ते हैं इनर्शिया के अंदर आ नहीं लिखना तुसी m1 r1 स्केयर प्लस m2 r2 स्केयर एंड सो ऑन r इत्थे डिस्टेंस दूर आ वेट दूर दूर पे ने ऐ जगह ते r क्या आ गया लागे आ चुका सो बाय डिक्रीजिंग द r व्हाट हैपेंड मूवमेंट ऑफ इनर्शिया गेट्स डिक्रीज्ड सो जो मूवमेंट इनर्शिया घट जाता है तो फिर उन्होंने कंपनसेट करने वास्ते की होएगा एंगुलर वेलोसिटी ਵਧਣਾ ਪਏਗਾ नोट कर लिया तुसीं आ डायग्राम बनानी तो बना लो नहीं बनाने कोई जरूरत है नहीं यदि समझने वास्ते इसी गल हुण असीं एक्सप्लेन करके देखिए इट हैपन्स ड्यू टू कंजर्वेशन ऑफ एंगुलर मोमेंटम इस तरह when his arms are stretched out movement of inertia is large on folding the arms movement of inertia decreases now to keep the product I omega is equal to constant angular velocity angular speed omega gets increased सब चीज़ आंसर आना साडा इनू एक कॉन्सटेंट रखना क्योंकि बाहरों कोई फोर्स कोई टॉर्क नहीं लगता पाया बाहरों इनू कॉन्सटेंट बनाने वास्ते की चाहिए अगर आई घट चुका वा तो फिर ओमेगा की वधेगा तो बॉडी की स्पीड की हो जाती है तेज हो जाती साडे कोल सो आप एक एग्जाम्पल तुहानू लिख के दस दिता है नैक्सट वो डिस्कस करते हैं इस तरह ही आम बुक्स आसान तुम देख सकते जे वर्डिंग अपने च लिख लो समझ लेना इस जगह पर हम आप नैक्सट एग्जाम्पल देखिए सब का रूल देखो एको जिहा बना साडे कोल सैकंड एग्जाम्पल देखिए ये वर्गी एग्जाम्पल है
आइस स्केटर और उनके बैलेट डांसर। कुछ लड़के ਜਿਹੜੇ ਆਈਸ 'ਤੇ ਕਰਦੇ ਨੇ ਆਪਣੇ ਦਿਖਾਉਂਦੇ ਨੇ ਟੇਲੈਂਟ ਵਗੈਰਾ, ਉਹ ਵੀ ਇਸ ਤਰ੍ਹਾਂ ਦਾ ਅਟੈਕਟ ਕਰਦੇ ਨੇ। ਅਗਰ ਸਪੋਜ਼ ਆਪਾਂ ਦੇਖੀਏ ਬਣਾ ਕੇ ਪਿਆ ਪਰਸਨ ਹੈ ਇੱਕ ਲੈਗ ਓਪਨ ਆ, ਇਸ ਤਰ੍ਹਾਂ ਸਾਡੇ ਕੋਲ ਨੇ ਆਰਮਸ ਆਪਣੀ ਸਟੈਚ ਕਰਕੇ ਰੱਖੀਆਂ ਹੈਗੀਆਂ ਐਂਡ ਦਿਸ ਪਰਸਨ ਇਜ਼ ਰੋਟੇਟਿੰਗ, ਇਹ ਘੁੰਮਦਾ ਪਿਆ ਸਾਈਡ 'ਤੇ about this axis through his body, rotating like this, ਘੁੰਮ ਰਿਹਾ ਬੜੀ ਤੀ। ਇਹਨੇ ਕੀ ਕਰਨਾ ਕਰਦੇ ਕਰਦੇ ਸਟੰਟ ਨੇ ਆਪਣੀ ਚੈਸਟ ਦੇ ਨਾਲ ਬਾਜੂ ਆਪਣੇ ਕਲੋਜ਼ ਕਰ ਦੇਣੇ ਨੇ। ਜਿਹੜੀ ਲੈਗ ਆ ਇਹ ਵੀ ਲੈਗ ਜਿਹੜੀ ਇਹਨੇ ਕਲੋਜ਼ ਕਰ ਲਈ ਇਸ ਲੈਗ ਦੇ, ਤਾਂ ਵਾਟ ਵੁਡ ਹੈਪਨ, ਇਹਦੀ ਸਪੀਡ ਅਚਾਨਕ ਬੜੀ ਤੇਜ਼ ਹੋ ਜਾਂਦੀ ਹੈ। ਇਹਦੀ ਜਿਸ ਤਰ੍ਹਾਂ ਹੌਲੀ ਹੌਲੀ ਘੁੰਮਦਾ ਪਿਆ ਪਹਿਲਾਂ ਬਾਡੀ, ਜੋ ਬਾਹਰ ਸਟੈਚ ਕੀਤਾ ਨਾ, ਜਦੋਂ ਇਹਨੇ ਅਲੱਗ ਹੀ ਕਰ ਲਿਆ ਅਚਾਨਕ ਇਹਦੀ ਸਪੀਡ ਬਹੁਤ ਜ਼ਿਆਦਾ ਫਾਸਟ ਹੋ ਜਾਂਦੀ ਹੈ। ਕਿਸ ਤਰ੍ਹਾਂ ਕਿ ਸਾਡੇ ਕੋਲ ਆ ਚੁੱਕਾ ਇਹ ਲੈਗ ਇਹਨੇ ਫੋਲਡ ਕਰਕੇ ਇਹ ਨਾਲ ਲਗਾਤੀ ਇੱਥੇ ਐਂਡ ਜਿਹੜੀ ਆਰਮਸ ਆ ਇਹਨੂੰ ਬਹੁਤ ਕਲੋਜ਼ ਕਰਕੇ ਆਪਣੀ ਚੈਸਟ 'ਤੇ ਲਾ ਕੇ ਲਾਇਆ। what happen in this case again, I1 ਇੱਧਰ ਕੌਣ ਹੈ ω1, ਇੱਧਰ I2 ω2, I1 is greater than ω2, it means ω2 should be larger than ω1। ਸੇਮ ਐਕਸਪਲੇਨ ਕਰਨਾ ਸੀ ਵੀ ਸਕੇਟਸ ਜਿਹੜਾ ਵਾ ਜਦੋਂ ਆਪਣੀ ਆਰਮਸ ਅਤੇ ਲੈਗ ਨੂੰ ਫੋਲਡ ਕਰ ਲੈਂਦਾ ਹੈ, ਮੂਵਮੈਂਟ ਆਫ ਇਨਰਸ਼ੀਆ ਗੈਟਸ ਡਿਕਰੀਜ਼ਡ ਟੂ ਕੀਪ ਦਾ ਪ੍ਰੋਡਕਟ I ω ਕਾਂਸਟੈਂਟ, ਦਿਸ ਓਮੇਗਾ ਹੈਜ਼ ਟੂ ਬੀ ਇਨਕਰੀਜ਼ਡ। ਇਹਦਾ ਓਮੇਗਾ ਜਿਹੜਾ ਇਨਕਰੀਜ਼ ਹੋ ਜਾਂਦਾ ਐਂਡ ਦਾ ਸਪੀਡ ਵੱਧ ਜਾਂਦੀ ਹੈਗੀ ਹੈ। ਥਰਡ the angular speed of inner layers of wind whirl or tornado is alarming high, बहुत ज़्यादा ਹੁੰਦਾ। ਅਕਸਰ ਬੱਚਿਆਂ ਨੂੰ ਡਰਾਇਆ ਜਾਂਦਾ ਕਿ ਜਿਹੜਾ ਵਾਵਰ ਅੰਡਰ ਚੱਲਦਾ ਪਿਆ ਘੁੰਮਣ ਘੇਰੀ ਜਿਹਨੂੰ ਕਹਿੰਦੇ ਅਸੀਂ, ਉਹਦੇ ਵਿੱਚ ਨਾ ਜਾਇਓ, ਉਹਦੇ ਵਿੱਚ ਭੂਤ ਹੁੰਦੇ ਨੇ, ਹੈ ਨਾ। ਉਹ ਭੂਤ ਕੀ ਹੈ ਅਸਲ 'ਚ, ਆਹ ਐਂਗੂਲਰ ਸਪੀਡ ਸਾਡੇ ਕੋਲ ਹੈ। ਕੀ ਦੇਖਿਆ ਇਸ ਤਰ੍ਹਾਂ ਜਿਹੜਾ ਸਾਡੇ ਕੋਲ ਚੱਲ ਰਹੀ ਚੀਜ਼ ਨਾ, ਹਵਾ ਘੁੰਮਦੀ 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 ਘੁੰਮਦੀ, ਅਤੇ ਕੀ ਦੇਖ ਰਹੇ ਅਸੀਂ ਆਊਟਰ ਸਾਈਡ 'ਤੇ ਕੀ ਸਾਡੇ ਕੋਲ ਹੈ I ω, ਇਹ ਖਾਸ ਮੋਮੈਂਟਮ ਨਾਲ ਘੁੰਮ ਰਿਹਾ ਸਾਡੇ ਕੋਲ। ਜੋ ਇਨਰ ਰੇਸ ਆਪਾਂ ਜਾ ਰਹੇ ਹਾਂ ਅਤੇ ਮਾਸ ਬਿਕਮਸ ਕਲੋਜ਼ਰ ਟੂ ਦਾ ਐਕਸਿਸ ਆਫ ਰੋਟੇਸ਼ਨ, ਉਹ ਐਕਸਿਸ ਦੇ ਲਾਗੇ ਆ ਜਾਏਗਾ। ਸੋ I ਗੈਟਸ ਡਿਕਰੀਜ਼ਡ, ਇਨਰ ਰੇਸ ਕੀ ਹੁੰਦਾ, inertia get decreased as we move to the inner layers। ਜੋ inertia ਘਟੇਗਾ ਤੇ ਐਂਗੂਲਰ ਸਪੀਡ ਉਹਨੇ ਕੀ ਸਾਡੇ ਕੋਲ ਵਧੇਗੀ। ਸੋ ਅੰਦਰ ਰੋਟੇਸ਼ਨ ਜਿਹੜੀ ਆ ਉਹ ਬਹੁਤ ਫਾਸਟ ਹੈ, ਬਾਹਰ ਤੁਹਾਨੂੰ ਰੇਟ ਸਲੋ ਕਰ ਦਿਖਾਈ ਦੇਗਾ, ਬਟ ਅੰਦਰ ਕੀ ਆ, ਰੋਟੇਸ਼ਨ ਇਜ਼ ਵੈਰੀ ਲਾਰਜ ਡਿਊ ਟੂ ਡਿਕਰੀਜ਼ ਇਨ ਮੂਵਮੈਂਟ ਆਫ ਇਨਰਸ਼ੀਆ। ਸੇਮ ਸਾਡੇ ਕੋਲ ਆ ਜਾਂਦਾ ਇਸ ਜਗ੍ਹਾ 'ਤੇ, ਇਹ ਵੀ ਇਹਦਾ ਵੀ ਰੀਜ਼ਨ ਸੇਮ ਸਾਡੇ ਕੋਲ ਹੈ। ਹੋਰ एग्जाम्पल है planets move with higher angular speed when they come closer to sun on their elliptical path।
ਇਹਦਾ ਕੀ ਮੀਨਿੰਗ ਸਾਡੇ ਕੋਲ, ਇਹਦਾ ਵੀ ਸੇਮ ਰੀਜ਼ਨ ਹੈ। ਮੋਸਟ ਆਫ ਜਿਹੜੇ ਪਲੈਨਟਸ ਆ ਇਲਿਪਸ ਦੀ ਫਾਰਮ ਜਾਂਦੇ ਨੇ। ਇਲਿਪਸ ਕੀ ਹੈ, ਇਸ ਤਰ੍ਹਾਂ ਇਹਦੇ ਦੋ ਸੈਂਟਰਸ ਹੁੰਦੇ ਨੇ ਇਲਿਪਸ ਦੇ, ਇਸ ਤਰ੍ਹਾਂ ਬਣਦੀ ਹੈ। ਇੱਕ ਥਰੈਡ ਲਓ ਕਾਮਨ, ਇਹਨੂੰ ਇਹਦੇ ਉੱਪਰ ਲਗਾ ਕੇ ਇਸ ਤਰ੍ਹਾਂ ਲਗਾ ਕੇ ਲਗਾਓ, ਜਿੱਥੇ ਘੁੰਮੇਗਾ ਦੈਟ ਵੁੱਡ ਬੀ ਇਲਿਪਸ। ਚਲੋ ਕੋਈ ਗੱਲ ਨਹੀਂ, ਵਨ ਆਫ ਦੋ ਸੈਂਟਰਸ ਇੱਕ ਜਗ੍ਹਾ 'ਤੇ ਸਨ ਹੈ ਸਾਡੇ ਕੋਲ, ਇੱਥੇ ਮੰਨ ਲਓ ਸਨ ਹੈ। ਕੀ ਦੇਖਿਆ ਗਿਆ, ਪਲੈਨਟ ਸਾਡੇ ਕੋਲ ਆ, ਪਲੈਨਟ ਸਾਡੇ ਕੋਲ ਚੱਲਦਾ ਪਿਆ ਇਹ ਸਨ। ਜਦੋਂ ਪਲੈਨਟ ਲਾਗੇ ਆਉਂਦਾ ਹੈ ਤਾਂ ਇੱਥੋਂ ਦੀ ਸਪੀਡ ਐਂਗੂਲਰ ਵੈਲੋਸਿਟੀ ਗੈਟਸ ਇਨਕਰੀਜ਼ਡ। ਜਦੋਂ ਦੂਰ ਜਾਂਦਾ ਐਂਗੂਲਰ ਵੈਲੋਸਿਟੀ ਘੱਟ ਜਾਂਦੀ ਹੈ। ਕਿਉਂ ਘਟਦੀ ਆ, ਬਿਕਾਜ਼ ਜੋ ਲਾਗੇ ਆ ਰਿਹਾ ਦਿਸ ਆਰ ਡਿਸਟੈਂਸ ਫਰੋਮ ਦਿਸ ਸਨ ਗੈਟਸ ਡਿਕਰੀਜ਼ਡ। ਇਹ ਘਟ ਜਾਏਗਾ ਅਤੇ ਇਨਰਸ਼ੀਆ ਕੀ ਬਣ ਜਾਏਗਾ ਸਾਡੇ ਕੋਲ, ਉਹਨੂੰ ਕੰਪੋਸੇਟ ਕਰਨ ਵਾਸਤੇ ਇਨਰਸ਼ੀਆ ਘਟ ਚੁੱਕਾ ਵਾ। ਇਨਰਸ਼ੀਆ ਘਟੇਗਾ ਤਾਂ ਕੀ ਹੋਏਗਾ, ਆਪਾਂ ਇਸ ਐਂਗੂਲਰ ਇਹਦਾ ਕੀ ਆ ਮੋਮੈਂਟਮ ਹੈ, ਕੋਈ ਨਾ ਕੋਈ ਬਾਹਰੋਂ ਫੋਰਸ ਨਹੀਂ ਲੱਗਦੀ ਹੈ ਸਿਸਟਮ 'ਤੇ। ਬਟ ਦੈਟ ਇਜ਼ ਵਾਈ when this I decreases omega has to be increased। I decrease ਕਰਨਾ omega ਕੀ ਹੈ ਵੱਧ ਜਾਂਦਾ ਹੈਗਾ ਸਾਡੇ ਕੋਲ। ਸੋ ਇਹ ਤਾਂ ਸਾਡੀ ਗੱਲ ਕਲੀਅਰ ਹੋ ਗਈ। ਵੈਸੇ ਇਸ ਤੋਂ ਇੱਕ ਤਾਂ ਸਮਝਣਾ ਹੈ, ਅਗਰ ਪੈਂਟ ਇਸ ਜਗ੍ਹਾ 'ਤੇ ਹੈ ਇੱਥੇ ਘੁੰਮ ਕੇ ਸਾਡੇ ਕੋਲ ਆ ਜਾਂਦਾ ਹੈਗਾ, ਜੇ ਦੂਰ ਹੋਏਗਾ ਦੇਖੋਗੇ ਇਟ ਵੁੱਡ ਕਵਰ ਲਾਈਕ ਦਿਸ, ਇਹਦੀ ਐਂਗੂਲਰ ਸਪੀਡ ਘੱਟ ਹੋਏਗੀ ਜੋ ਦੂਰ ਜਾ ਰਿਹਾ। this is with the same time span। अगर same time span देखो it will cover more angle here and lesser angle here due to the same time। this is due to law of conservation of angular momentum ਸਾਡੇ ਕੋਲ। so it covers equal area velocity, equal area ਸਾਡੇ cover ਕਰ ਰਿਹਾ ਹੈ। and ਇਹ ਵੀ ਰੀਜ਼ਨ ਸਾਡੇ ਕੋਲ ਆ ਚੁੱਕਾ। so there are many other reasons। ਇੱਕ ਹੋਰ ਦੇਖ ਰਹੀ ਅਸੀਂ, ਸਪੇਸ ਕਰਾਫਟ ਹੈ, ਸਪੇਸ 'ਚ ਜਾ ਰਿਹਾ, ਉਹਦੀ ਡਾਇਰੈਕਸ਼ਨ ਕਿਸ ਤਰ੍ਹਾਂ ਚੇਂਜ ਕਰਨੀ ਉਹਨਾਂ ਨੇ, 4 ਜਾਂ 5 ਜਿੰਨੀ ਵੀ ਹੈ। ਸੋ ਸਪੇਸ ਕਰਾਫਟ ਅਸੀਂ ਦੇਖੀਏ, ਮੰਨ ਲਓ ਅਸੀਂ ਆਹ ਸਪੇਸ ਕਰਾਫਟ ਬਣਾ ਚੁੱਕੇ ਹਾਂ, ਇਸ ਤਰ੍ਹਾਂ ਦਾ ਹੈ, ਇਸ ਲਾਈਨ 'ਤੇ ਉਹ ਜਾ ਰਿਹਾ। ਇਸ ਸਪੇਸ ਕਰਾਫਟ ਦਾ ਮੋਡ ਕਿਸ ਤਰ੍ਹਾਂ ਕੱਟਾਂਗੇ, ਹੈ ਨਾ, ਕਿਹੜੀ ਹਵਾ ਚੱਲਦੀ ਪਈ ਉੱਥੇ ਕੋਈ ਹਵਾ ਨਹੀਂ, ਜਿਸ ਤਰ੍ਹਾਂ ਐਰੋਪਲੇਨ 'ਤੇ ਕੇਸ ਹੈ। ਫਿਰ ਕੀ ਅਸੀਂ ਦੇਖਿਆ ਹੈਗਾ, ਉਹਦੇ ਉੱਪਰ ਇੱਕ ਫਲਾਈ ਵੀਲ ਲਗਾ ਦਿੰਦੇ ਨੇ, ਕੀ ਲਗਾ ਦਿੰਦੇ ਬੋਡੀ ਉੱਪਰ ਵਿਜ਼ੂਅਲੀ ਇੱਕ ਫਲਾਈ ਵੀਲ ਲਗਾ ਦਿੰਦੇ ਉੱਪਰ, ਉਹਨੂੰ ਐਸੇ ਇੱਕ ਬੈਲਟ ਨਾਲ ਇਸ ਤਰ੍ਹਾਂ ਇਹਦੀ ਮੂਵਮੈਂਟ ਅਸੀਂ ਕਰ ਸਕਦੇ ਹੈਗੇ ਹਾਂ। ਉਹ ਕੀ ਕਰਨ ਨੇ, ਅਗਰ ਉਹਨੂੰ ਇੱਧਰ ਨੂੰ ਮੋੜਨਾ ਇਹਨਾਂ ਨੇ, ਇਹ ਟੋਟਲ ਜਿਹੜਾ ਐਂਗੂਲਰ ਮੋਮੈਂਟਮ ਵੁੱਡ ਰਿਮੇਨ ਸੇਮ। ਅਗਰ ਇਹਨੂੰ ਇੱਧਰ ਬੈਂਡ ਕਰਨਾ ਤਾਂ ਇਹਨੇ ਦੂਸਰੀ ਸਾਈਡ 'ਤੇ ਘੁਮਾਉਣਾ ਸ਼ੁਰੂ ਕਰ ਦੇਣਾ ਨੇ। ਅਗਰ ਮੰਨ ਲਓ ਆ ਸੀਧੀ ਡਾਇਰੈਕਸ਼ਨ ਚੱਲਣ ਦੀ, ਥੋੜ੍ਹਾ ਜਿਹਾ ਬੰਦ ਕਰ ਦਿੱਤਾ ਇਹਨਾਂ ਨੇ, ਕਿਸ ਤਰ੍ਹਾਂ ਕਰ ਪਾਏ ਨੇ, ਅਗਰ ਇਹਨੂੰ ਇੱਧਰ ਬੈਂਡ ਕਰਨਾ ਦੇ ਹੈਵ ਟੂ ਗਿਵ ਮੋਮੈਂਟਮ ਟੁਵਰਡ ਦਿਸ ਸਾਈਡ। ਇਹਦਾ ਮੋਮੈਂਟਮ ਇੱਧਰ ਆ ਚੁੱਕਾ, ਟੋਟਲ ਮੋਮੈਂਟਮ ਕੌਂਸਟੈਂਟ ਰੱਖਣ ਵਾਸਤੇ ਇਸ ਬੋਡੀ ਦਾ ਮੋਮੈਂਟਮ ਇਸ ਸਾਈਡ, ਜਿੰਨਾ ਉਹਦਾ ਮੋਮੈਂਟਮ ਉੱਧਰ ਜਾਏਗਾ ਉਹਨਾਂ ਮੋਮੈਂਟਮ ਇਹਨੇ ਇੱਧਰ ਕਵਰ ਕਰ ਲੈਣਾ ਹੈਗਾ। ਸੋ ਇੱਧਰ ਘੁੰਮੇਗਾ ਅਤੇ ਇਹਦੀ ਡਾਇਰੈਕਸ਼ਨ ਸਾਡੇ ਕੋਲ ਇਸ ਤਰ੍ਹਾਂ ਚੇਂਜ ਕਰ ਲਏਗੀ। ਸੋ ਦਿਸ ਪ੍ਰਿੰਸੀਪਲ ਇਜ਼ ਅਪਲਾਈਡ ਟੂ ਚੇਂਜ ਦਾ ਡਾਇਰੈਕਸ਼ਨ ਆਫ ਸਪੇਸ ਕਰਾਫਟ। ਉਹ ਵੀ ਕਰ ਲੈਂਦੇ ਹੈਗੇ ਨੇ। ਹੋਰ ਬੜੀ ਐਗਜ਼ਾਮਪਲ ਸਾਡੇ ਕੋਲ ਹੈ, ਤੁਸੀਂ ਦੇਖਦੇ ਅਕਸਰ ਗੇਮ ਆਉਂਦੀ ਹੈ, ਕੋਈ ਪਰਸਨ ਜਿਹੜਾ ਵਾ ਉਹ ਡਾਈਵ ਕਰਦਾ ਫਰੋਮ ਹਾਈ ਪਲੈਟਫਾਰਮ, ਨੀਚੇ ਵਾਟਰ ਹੁੰਦਾ ਸਾਡੇ ਕੋਲ ਨਾ, ਉਹ ਪਰਸਨ ਇੱਥੋਂ ਛਾਲ ਮਾਰਦਾ ਐਕਰੋਬੈਟਸ, ਜੋ ਆਉਂਦਾ ਫਿਰ ਘੁੰਮਦਾ ਫਿਰ ਆ ਕੇ ਡਿੱਗ ਪੈਂਦਾ ਹੈਗਾ ਇਸ ਜਗ੍ਹਾ 'ਤੇ। ਕੀ ਕਰਦਾ ਆਪਣੀ ਬੋਡੀ, ਜਦੋਂ ਛਾਲ ਮਾਰਨੀ ਆ, ਜਦੋਂ ਉਹਨੇ ਟਰਨ ਲੈਣ ਦੀ ਕੋਸ਼ਿਸ਼ ਕਰਨੀ, ਸਾਰੀ ਬੋਡੀ ਨੂੰ ਆਪਣੀ ਸਪੀਡ ਇੱਕੋ ਇਕੱਠੀ ਕਰ ਲੈਂਦਾ ਹੈਗਾ, ਲਾਗੇ ਲੈ ਕੇ ਆ ਜਾਂਦਾ ਬੋਡੀ ਨੂੰ। ਇਸ ਤਰ੍ਹਾਂ ਦਾ ਸੀ ਪਰਸਨ, ਘੁੰਮ ਕੇ ਇਸ ਤਰ੍ਹਾਂ ਆਪਣੀ ਬੋਡੀ ਨੂੰ ਇਕੱਠਾ ਕਰ ਦਿੰਦਾ ਹੈਗਾ। ਉਹਨਾਂ ਕਹਿੰਦਾ ਦਾ ਮੂਵਮੈਂਟ ਆਫ ਇਨਰਸ਼ੀਆ ਗੈਟਸ ਡਿਕਰੀਜ਼ਡ, ਉਹਦੀ ਜਿਹੜੀ ਸਪਿਨਿੰਗ ਐਂਗੂਲਰ ਵੈਲੋਸਿਟੀ ਦੈਟ ਗੈਟਸ ਇਨਕਰੀਜ਼ਡ, ਛੇਤੀ ਨਾਲ ਚੱਕਰ ਲਗਾਉਂਦਾ। ਫਿਰ ਜਦੋਂ ਉਹਨੇ ਆਪਣਾ ਸਪੀਡ ਐਂਗੂਲਰ ਘਟਾਉਣੀ ਹੈ ਤਾਂ ਬੋਡੀ ਸਟਰੈਚ ਕਰ ਲੈਂਦਾ ਸਿੱਧਾ, ਉਹਦਾ ਮੂਵਮੈਂਟ ਆਫ ਇਨਰਸ਼ੀਆ ਵੱਧ ਜਾਂਦਾ ਵਾ ਅਤੇ ਐਂਗੂਲਰ ਸਪੀਡ ਘੱਟ ਜਾਂਦੀ, ਉਹ ਸਟ੍ਰੇਟ ਹੋ ਕੇ ਇਸ ਪਾਣੀ 'ਚ ਐਂਟਰ ਕਰ ਜਾਂਦਾ। ਦੈਟ ਇਜ਼ ਆਲਸੋ ਬੇਸਡ ਔਨ ਦਿਸ ਲਾ। ਸਿਮਿਲਰ ਐਗਜ਼ਾਮਪਲ ਹੋ ਜਾਂਦੀ ਆ ਵੈਨ ਕੈਟ ਜੰਪਸ ਫਰੋਮ ਹਾਇਰ ਪਲੇਸ ਟੂ ਲੋਅਰ ਪਲੇਸ। ਜਦੋਂ ਕੈਟ ਜੰਪ ਕਰਦੀ ਹੈ, ਕੈਟ ਮੰਨ ਲਓ ਸਾਡੇ ਕੋਲ ਇਸ ਤਰ੍ਹਾਂ ਦੀ ਬੋਡੀ ਹੈ ਕੋਈ, ਹੈ ਨਾ, 4 ਲੈਗਸ ਨੇ, ਟੇਲ ਸਾਡੇ ਕੋਲ, ਇਹ ਜੰਪ ਕਰ ਰਹੀ ਹੈ
कैट ने जंप करना तो की देखा ये बाजी ना पै जाए टर्न ना आ जाए इतने ना ये पलट ना जाए तो की कर दिया इट स्ट्रैच आउट बिल्कुल लत्तां इतना खिलार लेंदी अपनियां टेल भी खिलार के सिर इतना छाल लगा रही है मे भी मैंने ड्राइंग ਤੁਹਾਨੂੰ मेरी पसंद ना आती है ना बट मेरा मीनिंग समझ लो इट स्ट्रैच आउट ये की कर रही है अपना इट गैट्स आई ते कर दी वर्क मूवमेंट ऑफ इनर्शिया गैट्स इंक्रीज्ड एंड सो ओमेगा गैट्स डिक्रीज इन्हें घट जाना साढ़े कोल what would happen it would land safely so there are many examples which are based upon this conservation of angular momentum ਤੁਸੀਂ ਪੜ੍ਹ ਕੇ ਦੇਖਣਾ ਅਗਰ ਕੋਈ ਨਹੀਂ ਸਮਝ ਆਉਂਦੇ ਮੈਨੂੰ ਕੁਐਰੀ ਪਾ ਦੇਣਾ ਆਪਾਂ ਡਿਸਕਸ ਕਰਾਂਗੇ ਸੋ ਨੈਕਸਟ ਲੈਕਚਰ 'ਚ ਅਸੀਂ ਕੋਸ਼ਿਸ਼ ਕਰਾਂਗੇ ਵੀ ਵੱਧ ਤੋਂ ਵੱਧ ਨਿਊਮੈਰੀਕਲਸ ਜਿਹੜੇ ਆਪਾਂ ਇਨਕਲੂਡ ਕਰ ਸਕੀਏ ਤਾਂ ਕਿ ਸਾਡੇ ਕਨਸੈਪਟ ਜਿਹੜੇ ਹੋਰ ਕਲੀਅਰ ਹੋ ਜਾਣ ਥੈਂਕ ਯੂ ਕਲਾਸ